10, 9 बटे 10 ਦੇ ਵਿਚਕਾਰ ਦੋ ਪਰਿਮੇਯ ਸੰਖਿਆਵਾਂ ਪਤਾ ਕਰੋ। ਕੋਈ ਵੀ ਲਿਖ ਦਿਓ ਬੇਟਾ, 4, 5, 6, 7, 8। ਇਹ ਸਾਰੀਆਂ ਹੀ ਆਪਣੇ ਕੋਲ ਇਹਨਾਂ ਦੇ ਵਿਚਕਾਰ ਪਰਿਮੇਯ ਸੰਖਿਆਵਾਂ ਹੈਗੀਆਂ ਨੇ। ਸਮਾਨਤਾ ਚਤੁਰਭੁਜ ਦੇ ਵਿੱਚ y ਦਾ ਮੁੱਲ ਪਤਾ ਕਰੋ। ਜਿਹੜੇ ਕਿ ਆਪਣਾ ਪੈਰਲਲੋਗ੍ਰਾਮ ਹੁੰਦਾ ਹੈ ਉਹਦੇ ਅਪੋਜ਼ਿਟ ਐਂਗਲਸ ਹੁੰਦੇ ਨੇ ਇਕੁਅਲ, ਯਾਨੀ ਕਿ ਸਮਾਨਤਾ ਚਤੁਰਭੁਜ ਦੇ ਸਨਮੁਖ ਕੋਣ ਬਰਾਬਰ ਹੁੰਦੇ ਨੇ। ਤਾਂ y ਦਾ ਮੁੱਲ ਕਿੰਨਾ ਆ ਜਾਏਗਾ ਮੇਰੇ ਕੋਲ? 80 ਡਿਗਰੀ। 4096 ਦਾ ਵਰਗਮੂਲ ਪਤਾ ਕਰੋ। 25625 ਦਾ ਘਣਮੂਲ ਪਤਾ ਕਰੋ। ਇਹ ਦੋਨੋਂ ਕੁਐਸਚਨ ਆਪਾਂ ਹੁਣ ਕਰ ਲੈਂਦੇ ਹਾਂ। ਤੁਸੀਂ ਇਹਨੂੰ ਅਭਾਜ ਗੁਣਨਖੰਡ ਵਿਧੀ ਯਾਨੀ ਕਿ ਪ੍ਰਾਈਮ ਫੈਕਟਰਾਈਜੇਸ਼ਨ ਮੈਥਡ ਨਾਲ ਵੀ ਕਰ ਸਕਦੇ ਹੋ, ਔਰ ਤੁਸੀਂ ਇਹਨੂੰ ਡਿਵੀਜ਼ਨ ਮੈਥਡ ਨਾਲ ਵੀ ਕਰ ਸਕਦੇ ਹੋ, ਯਾਨੀ ਕਿ ਵੰਡ ਵਿਧੀ ਨਾਲ ਵੀ ਕਰ ਸਕਦੇ ਹੋ। ਡਿਵੀਜ਼ਨ ਮੈਥਡ ਨਾਲ ਕਾਫੀ ਸ਼ਾਰਟਕਟ ਹੁੰਦਾ ਹੈ, ਅਭਾਜ ਗੁਣਨਖੰਡ ਦੇ ਬਹੁਤ ਜ਼ਿਆਦਾ ਬਣਨਗੇ, ਤਾਂ ਆਪਾਂ ਡਿਵੀਜ਼ਨ ਮੈਥਡ ਕਰ ਲੈਂਦੇ ਹਾਂ। ਤੇ ਇਹਦੇ ਆਪਾਂ ਬਣਾ ਲਏ ਜੋੜੇ, ਠੀਕ ਹੈ। ਔਰ 40 ਵਰਗ ਦੇ ਵਿੱਚ ਕਿੱਥੇ ਜਾਏਗਾ? 6 6 36, 6 ਦਾ 36, ਤਾਂ ਮਾਈਨਸ ਕਰ ਕਿੰਨਾ ਆ ਗਿਆ? 4। 96 ਨੂੰ ਆਪਾਂ ਲੈ ਕੇ ਆਵਾਂਗੇ ਥੱਲੇ। ਅਗਲਾ ਨੰਬਰ ਆਪਾਂ ਕਿਸ ਤਰੀਕੇ ਨਾਲ ਬਣਾਉਂਦੇ ਹੁੰਦੇ ਹਾਂ? ਇੱਥੇ 2 ਨਾਲ ਗੁਣਾ ਕਰਕੇ ਇੱਥੇ ਕਿੰਨਾ ਆ ਜਾਏਗਾ? 12। ਹੁਣ 6 ਜੋ ਹੈ 12 ਦੇ ਨਾਲ ਕਿਹੜਾ ਨੰਬਰ ਮਲਟੀਪਲਾਈ ਕਰੀਏ ਕਿ ਪਿੱਛੇ 6 ਆ ਜਾਵੇ? ਜਾਂ ਤਾਂ 4 ਨਾਲ ਕਰੀਏ ਜਾਂ ਆਪਾਂ 6 ਨਾਲ ਕਰੀਏ, ਠੀਕ ਹੈ ਨਾ। 4 ਨਾਲ ਕਰਦੇ 4 4 ਜਾ 16, 6 ਕਰੇ 1, 4 2 ਜਾ 8, 9, 4 1 ਜਾ 4, ਤਾਂ ਇਹ ਆਪਣੇ ਕੋਲ 4 ਨਾਲ ਚਲੇ ਗਿਆ। ਤਾਂ ਆਨਸਰ ਆ ਗਿਆ ਮੇਰੇ ਕੋਲ 64। ਤਾਂ 4096 ਦਾ ਆਨਸਰ ਆ ਗਿਆ ਆਪਣੇ ਕੋਲ 64, ਠੀਕ ਹੈ। ਅਗਲਾ ਕੁਐਸਚਨ ਸੀਗਾ 15625। ਇਹਦਾ ਆਪਾਂ ਪਤਾ ਕਰਨਾ ਹੈ ਘਣਮੂਲ। ਤਾਂ ਜਿਹੜਾ ਘਣਮੂਲ ਪਤਾ ਕਰਨ ਦਾ ਕੁਐਸਚਨ ਹੁੰਦਾ ਬੇਟਾ ਕਿਊਬ ਰੂਟ, ਉਹਦੇ ਵਿੱਚ ਤੁਸੀਂ ਹਮੇਸ਼ਾ ਪ੍ਰਾਈਮ ਫੈਕਟਰਸ ਹੀ ਬਣਾਉਣੇ ਨੇ, ਠੀਕ ਹੈ। ਇਹਦਾ ਕੋਈ ਹੋਰ ਮੈਥਡ ਹੋਰ ਨਹੀਂ ਹੈ। ਤਾਂ ਆਪਾਂ ਇੱਥੇ ਪ੍ਰਾਈਮ ਫੈਕਟਰਸ ਬਣਾਉਣੇ ਸ਼ੁਰੂ ਕਰ ਦਿੰਦੇ ਹਾਂ। 15625 ਪਹਿਲਾ ਪ੍ਰਾਈਮ ਫੈਕਟਰ 2, ਫਿਰ 3, ਫਿਰ 5, 7 ਐਂਡ ਸੋ ਔਨ। ਪਿੱਛੇ 5 ਹੈ ਤਾਂ 2 ਨਾਲ ਤਾਂ ਮਲਟੀਪਲਾਈ ਨਹੀਂ ਹੋ ਸਕਦਾ। ਇਹਨਾਂ ਨੂੰ ਹੁਣ ਜੋੜ ਕੇ ਦੇਖੋ। 5 + 2 7, 7 ਐਂਡ 6 13, 13 ਐਂਡ 6 ਹੋ ਗਿਆ ਆਪਣੇ ਕੋਲ 19। ਪਰ ਵੀ ਨਹੀਂ ਜਾਏਗਾ ਕਿਉਂਕਿ 19 ਨੂੰ 3 ਨਾਲ ਆਪਾਂ ਡਿਵਾਈਡ ਨਹੀਂ ਕਰ ਸਕਦੇ। ਤਾਂ ਪਿੱਛੇ 5 ਹੈ, ਤੈਨੂੰ ਫਿਰ 5 ਪਰ ਚਲਾਉਣੀ ਆਪਾਂ। 5 3 ਜਾ 15, 5 1 ਜਾ 5, 12, 5 2 ਜਾ 10, 5 5 ਜਾ 25। ਇੱਕ ਵਾਰੀ ਹੋਰ ਜਾਏਗਾ। 5 6 ਜਾ 30, 5 2 ਜਾ 10, 5 5 ਜਾ 25। ਫਿਰ ਇੱਕ ਵਾਰੀ ਹੋਰ ਜਾਏਗਾ। 3 ਵਾਰ ਤਾਂ ਡਿਵਾਈਡ ਹੋਣਾ ਹੀ ਹੋਣਾ, ਤਾਂ ਆਪਾਂ ਨੂੰ ਪਤਾ ਹੀ ਹੈ, ਠੀਕ ਹੈ। ਪਰ ਫਿਰ ਪਿੱਛੇ 5 ਆ ਗਿਆ, ਇਹਦਾ ਮਤਲਬ ਇੱਕ ਵਾਰੀ 5 ਨਾਲ ਹੋਰ ਡਿਵਾਈਡ ਕਰਦਾ, ਮਤਲਬ 3 ਵਾਰ ਹੋਰ ਡਿਵਾਈਡ ਹੋਣਾ ਹੀ ਹੋਣਾ। ਤਾਂ 25 ਆ ਗਿਆ। ਫਿਰ 5 ਪਰ ਗਿਆ, 5 ਪਰ ਗਿਆ, 5 ਪਰ, ਫਿਰ 5 ਏਕਮ 5। ਤਾਂ ਇੱਥੇ ਆਪਣੀਆਂ ਟ੍ਰਿਪਲੇਟਸ ਬਣ ਗਏ, ਤਿਕੜੀਆਂ ਬਣ ਗਈਆਂ। ਤਾਂ ਆਪਾਂ ਕਿਵੇਂ ਲਿਖਾਂਗੇ? 1 5 6 2 5 ਨੂੰ 5 ਮਲਟੀਪਲਾਈਡ ਬਾਈ 5 ਮਲਟੀਪਲਾਈਡ ਬਾਈ 5, ਫਿਰ 5 5 ਐਂਡ 5, ਠੀਕ ਹੈ। ਚਲੋ ਇਹਨੂੰ ਆਪਾਂ ਕਰ ਦਈਏ ਹੁਣ ਕਿਊਬ ਰੂਟ ਲੈ ਲਈਏ, ਯਾਨੀ ਕਿ ਘਣਮੂਲ ਲੈ ਲਈਏ, ਓਕੇ। ਤਾਂ ਆ 5 ਇੱਕ ਬਾਹਰ ਆ ਗਿਆ, ਆ 3 5 ਵਿੱਚੋਂ ਇੱਕ 5, ਇੱਕ 3 ਵਿੱਚੋਂ 5 ਬਾਹਰ ਆ ਗਿਆ। ਤਾਂ ਆਨਸਰ ਕਿੰਨਾ ਆ ਗਿਆ ਮੇਰੇ ਕੋਲ? 25। ਨੈਕਸਟ ਕੁਐਸਚਨ ਵੇਖਦੇ ਹਾਂ। ਅਗਲਾ ਕੁਐਸਚਨ ਹੈ 7x - 42 ਦੇ ਗੁਣਨਖੰਡ ਬਣਾਓ। ਬਹੁਤ ਹੀ ਸੌਖਾ ਬੇਟਾ। ਦੇਖੋ 7x, ਇਹਨੂੰ 7 ਗੁਣਾ x ਲਿਖ ਲਓ, ਮਾਈਨਸ 42 ਨੂੰ ਲਿਖ ਲਓ ਤੁਸੀਂ 7 ਗੁਣਾ 6। ਤਾਂ 7 7 ਹੋ ਗਿਆ ਕਾਮਨ, 7 ਸਾਂਝਾ ਲੈ ਲਿਆ, x - 6। ਇਹ ਆ ਗਿਆ ਇਹਦਾ ਆਨਸਰ। ਇੱਕ ਵਸਤੂ ਦਾ ਅੰਕਿਤ ਮੁੱਲ 1200 ਰੁਪਏ ਹੈ, ਜਿਸ ਤੇ 12% GST ਲੱਗਦਾ ਹੈ, ਸੇਵਾ ਕਰ ਲੱਗਦਾ ਹੈ। ਵਸਤੂ ਦਾ ਵੇਚ ਮੁੱਲ ਪਤਾ ਕਰੋ। यानी कि the marked price of a article is 1200 rupees and 12% is sales tax GST. Find the selling price of the article. The question ਦਾ ਅੰਕਿਤ ਮੁੱਲ MRP ਦੇ ਰੱਖਿਆ ਹੈ ਆਪਣੇ ਕੋਲ 1200 ਰੁਪਏ, ਸੇਲਸ ਟੈਕਸ 12% ਹੈ, ਠੀਕ ਹੈ। ਤਾਂ ਜਿਹੜਾ ਸੈਲਿੰਗ ਪ੍ਰਾਈਸ ਹੁੰਦਾ ਹੈ ਬੇਟਾ, ਸੈਲਿੰਗ ਪ੍ਰਾਈਸ ਯਾਨੀ ਕਿ ਉਹਦਾ ਵੇਚ ਮੁੱਲ, ਉਹ ਆਪਾਂ ਟੈਕਸ ਦੇ ਵਿੱਚ ਜੋੜ ਕੇ ਹੀ ਉਹਨੂੰ ਦਿੰਦੇ ਹਾਂ। ਤਾਂ ਆਪਾਂ ਪਹਿਲਾਂ 1200 ਦਾ 12% ਪਤਾ ਕਰ ਲਾਂਗੇ, ਠੀਕ ਹੈ। ਯਾਨੀ ਕਿ ਆ ਗਿਆ ਆਪਣੇ ਕੋਲ 144 ਰੁਪੀਜ਼। ਤਾਂ ਇਹ ਤੁਹਾਡਾ ਆ ਗਿਆ ਮੇਰੇ ਕੋਲ ਕਰ ਆ ਗਿਆ ਆਪਣੇ ਕੋਲ। ਇਹ ਹੁਣ ਆਪਾਂ ਵਿੱਚ ਜੋੜ ਦਾਂਗੇ। ਤਾਂ ਵੇਚ ਮੁੱਲ ਜਿੰਨੇ ਦੀ ਚੀਜ਼ ਵਿਕੇਗੀ, ਯਾਨੀ ਕਿ ਤੁਹਾਡਾ ਸੈਲਿੰਗ ਪ੍ਰਾਈਸ
ਉਹ 1200 ਦੇ ਵਿੱਚ 144 ਨੂੰ ਆਪਾਂ ਜੋੜ ਦੇਵਾਂਗੇ, यानी कि 1344 रुपए की कीमत हुई। प्रश्न है 14 मीटर उच्चे एक बिजली का खंभा का परछावां 10 मीटर है। समान स्थितियों में उस रुख की ऊंचाई पता करो जिसका परछावां 15 मीटर होगी। द शैडो ऑफ अ 14 मीटर इलेक्ट्रिक टावर इज 10 मीटर्स। In the same situation, find the height of a tree whose shadow is 15 meter long। ਤਾਂ ਵਸਤੂ ਦੀ ਉਚਾਈ ਹੋਵੇਗੀ, ਉਹਦਾ ਪਰਛਾਵਾਂ ਵੀ ਉਨਾ ਉੱਚਾ ਹੋਏਗਾ। ਜਿੰਨੀ ਵਸਤੂ ਨੀਚੀ ਹੋਵੇਗੀ, ਛੋਟੀ ਹੋਵੇਗੀ, ਉਹਦਾ ਪਰਛਾਵਾਂ ਵੀ ਉਨਾ ਹੀ ਛੋਟਾ ਹੋਏਗਾ। ਯਾਨੀ ਕਿ ਇਹ ਇੱਕ ਡਾਇਰੈਕਟ ਪ੍ਰਪੋਰਸ਼ਨ ਦਾ ਕੁਐਸਚਨ ਹੈ। ਦੈਟ ਇਜ਼ ਇਹ ਇੱਕ ਸਿੱਧੇ ਅਨੁਪਾਤ ਦਾ। 14 ਮੀਟਰ ਉੱਚਾ ਜਿਹੜਾ ਖੰਭਾ ਉਹਦਾ ਪਰਛਾਵਾਂ ਹੈਗਾ ਹੈ ਆਪਣੇ ਕੋਲ 10 ਮੀਟਰ, ਠੀਕ। ਔਰ ਫਿਰ ਉਹਨੇ ਕਿਹਾ ਹੈ ਕਿ ਰੁੱਖ ਦੀ ਉਚਾਈ ਜਿਹੜੀ ਹੈ ਉਹ ਪਤਾ ਕਰੋ ਅਗਰ ਉਹਦਾ ਪਰਛਾਵਾਂ ਹੈਗਾ ਹੈ 15 ਮੀਟਰ। ਤੇ ਮੈਂ ਤੁਹਾਨੂੰ ਹੁਣੇ ਸਮਝਾਇਆ ਕਿ ਇਹ ਇੱਕ ਸਿੱਧੇ ਅਨੁਪਾਤ ਦਾ ਕੁਐਸਚਨ ਹੈ, ਯਾਨੀ ਕਿ ਡਾਇਰੈਕਟ ਪ੍ਰਪੋਰਸ਼ਨ ਦਾ ਕੁਐਸਚਨ ਹੈ। ਜਦੋਂ ਡਾਇਰੈਕਟ ਪ੍ਰਪੋਰਸ਼ਨ ਹੁੰਦਾ ਬੇਟਾ ਤਾਂ ਜਿਸ ਤਰੀਕੇ ਨਾਲ ਰਕਮਾਂ ਲਿਖੀਆਂ ਹੁੰਦੀਆਂ ਤੁਸੀਂ ਬਣਾ ਇੱਥੇ ਅਪੋਨ ਲਿਖੋ, ਯਾਨੀ ਕਿ ਬਟਿਆਂ ਵਿੱਚ ਲਿਖੋ ਔਰ ਵਿੱਚ ਲਗਾ ਦਿਓ ਬਰਾਬਰ ਦਾ ਨਿਸ਼ਾਨ। ਤੇ 14/10 ਬਰਾਬਰ x/15 ਜਿਵੇਂ ਲਿਖਿਆ ਉਵੇਂ ਰਕਮਾਂ ਆਪਾਂ ਉਤਾਰ ਲੈਣੀਆਂ। ਹੁਣ x ਦਾ ਮੁੱਲ ਕੱਢ ਲਓ, 14 × 15/10। 5 2 10, 5 3 15 और 7 ਇਹ ਆ ਗਿਆ ਮੇਰੇ ਕੋਲ 21 ਮੀਟਰ। ਤਾਂ ਦਰਖਤ ਰੁੱਖ ਦਾ ਪਰਛਾਵਾਂ ਇਹ ਹੋ ਜਾਏਗਾ ਮੇਰੇ ਕੋਲ 21 ਮੀਟਰ। The length of shadow of the tree is 21 meters। Next question अपने को है using the proper identity find 2y plus 5 2y plus 5 is the value find out करो, मूल पता करो तत्समक का इस्तेमाल करके, यानी कि तुसी फॉर्मूला लगाना है। तो क्वेश्चन आ गया मेरे को 2y plus 5, ठीक है। ए भी 2y plus 5 है, ਇਹ ਕਿੰਨੀ ਵਾਰੀ ਲਿਖਿਆ 2 ਵਾਰੀ, ਯਾਨੀ ਕਿ 2y plus 5 ਦੀ ਪਾਵਰ ਕਿੰਨੀ ਆ ਗਈ 2। a plus b ਦੀ ਘਾਤ 2 a² plus 2ab plus b², ਠੀਕ ਹੈ। ਇੱਥੇ a ਦਾ ਮੁੱਲ ਮੇਰੇ ਕੋਲ ਕਿੰਨਾ ਹੈ 2y ਔਰ b ਦਾ ਮੁੱਲ ਕਿੰਨਾ ਮੇਰੇ ਕੋਲ 5 ਹੈ। ਤੇ ਬਹੁਤ ਹੀ ਸੌਖਾ ਬੇਟਾ ਕੁਐਸਚਨ। 2y plus 5 ਲਗਾ ਲਿਆ ਸਕੁਆਇਰ, ਤਾਂ 2y² plus 2 multiplied by 2y multiplied by 5 प्लस ਹੁਣ b ਦੀ ਘਾਤ 2 ਲਗਾ ਲਓ, ਯਾਨੀ ਕਿ 5 ਦੀ ਪਾਵਰ 2। ਇੱਕ ਗੱਲ ਦਾ ਧਿਆਨ ਰੱਖਣਾ, ਆਪਾਂ ਇੱਥੇ ਬ੍ਰੈਕਟ ਜ਼ਰੂਰ ਲਗਾਣੀ ਹੈ ਤਾਂ ਕਿ 2 ਨੂੰ ਵੀ 2 ਵਾਰ ਮਲਟੀਪਲਾਈ ਕਰੀਏ, y ਦੀ ਪਾਵਰ 2 ਲਗਾਈਏ। ਜੇ ਆਪਾਂ ਐਵੇਂ ਲਿਖ ਰਹੇ ਹਾਂ ਤਾਂ ਇੱਥੇ 2 ਦੀ ਤਾਂ 2 ਵਾਰ ਮਲਟੀਪਲਾਈ ਹੋਈ ਨਹੀਂ ਨਾ, ਤਾਂ ਇਹ ਆਪਣੇ ਕੋਲ ਰੋਂਗ ਹੋ ਜਾਂਦਾ ਹੈ। ਤੇ ਆ ਗਿਆ 4y² plus 2 4 4 5 20 20y एंड 5 multiplied by 5 कितना हो गया 25 और यही अपने को आंसर है। आ y² है, अब y है, अब बिना y की टर्म है, दे ऑल आर अनलाइक टर्म्स, असमान पद है, बस इन्ना ही आंसर है, जुड़ नहीं सकते। तो 2 मार्क्स का बहुत ही सिंपल जा क्वेश्चन है। 5/8 मल्टीप्लाइड बाय 4/3 सिंपलीफाई करो, हल करो, उस तो बाद ਉਹਦਾ ਮਲਟੀਪਲੀਕੇਟਿਵ ਇਨਵਰਸ ਲਿਖਣਾ ਹੈ, ਆਪਾਂ ਉਸ ਦਾ ਉਲਟ ਕ੍ਰਮ ਲਿਖਣਾ ਹੈ। ਤਾਂ ਸਿੱਧਾ ਇਹਨੂੰ ਦੇਖੋ, ਆਪਾਂ ਉੱਪਰ ਦੇ ਉੱਪਰ ਗੁਣਾ ਕਰ ਦੋ, ਜੇ ਕੈਂਸਲੇਸ਼ਨ ਹੁੰਦੀ ਤਾਂ ਕੈਂਸਲੇਸ਼ਨ ਕਰ ਦੋ। 4 ਨੂੰ ਆਪਾਂ 8 ਦੇ ਨਾਲ ਕੈਂਸਲ ਕਰਤੇ ਆ, ਤਾਂ ਆਨਸਰ ਕੀ ਆ ਗਿਆ 5 × 1/2 ਮਲਟੀਪਲਾਈਡ ਬਾय 3 यानी कि 5/6। लेकिन इसका की बनाना है हुण गुणात्मक उल्ट बनाना, मल्टीप्लीकेटिव इनवर्स। तो आंसर कितना आ गया मेरे को 6/5। आज गुणनखंड विधि राही 729 का वर्गमूल पता करो, फाइंड द स्क्वायर रूट ऑफ 729 बाय प्राइम फैक्टराइजेशन मैथड। तो 729 ਦੇ बेटा ਆਪਾਂ ਬਣਾਏ फैक्टर्स 3 ਨਾਲ डिवाइड। ਪਹਿਲਾਂ देखो प्राइम फैक्टर्स ਦੇ ਵਿੱਚ 2 3 5 7 ਵਿੱਚੋਂ ਕੋਈ ਨੰਬਰ ਆਪਾਂ ਲੈਣਾ ਹੁੰਦਾ ਹੈ। पहला आप 2 नाल चेक करते हैं, यूनिट डिजिट मेरे को कितना आ रहा है 9, ठीक है। ਇਹਦਾ मतलब है 2 नाल डिवाइड नहीं होगा क्योंकि एक टांक संख्या हैगी है। ਤੇ 3 ਨਾਲ डिवाइड करते हैं ਆਪਾਂ, 3 ਨਾਲ ਕਿਵੇਂ ਹੋ ਸਕਦਾ ਹੈ 7 और 2 ਨੂੰ ਜੋੜਿਆ 9, 9 और 9 ਕਿੰਨਾ ਹੋ ਗਿਆ 18, 18 ਨਾਲ 3 ਨਾਲ डिवाइड ਹੁੰਦਾ ਹੈ। ਤਾਂ ਹੁਣ ਦੇਖੋ ਆਪਾਂ ਇਹਦਾ ਵਰਗਮੂਲ ਕੱਢ ਰਹੇ ਹਾਂ, ਤਾਂ ਇੱਕ ਵਾਰ 3 ਨਾਲ डिवाइड ਹੋ ਗਿਆ ਤਾਂ ਇਹ 2 ਬਾਰ ਟੋਟਲ ਹੋਣਾ ਹੀ ਹੋਣਾ ਹੈ। 3 ਨਾਲ डिवाइड करके 243 आ गया, फिर दोबारा 3 ਨਾਲ डिवाइड होना ही होना है।
फिर दोबारे चेक करो 243 3 + 4 7 7 ਤੇ 2 9 फिर 3 ਨਾਲ डिवाइड हो जाएगा डिवाइड किया 81 आ गया एक बार होर होना ही होना है तो 27 आ गया 27 ਤੁਹਾਨੂੰ पता है 3 ਨਾਲ डिवाइड ਹੁੰਦਾ ही है तो ये 3 और 3 दो फैक्टर्स होर बन गए तो आप इत्थे बना लिया दे पेयर्स 729 ਨੂੰ ਆਪਾਂ ਇਸ ਤਰੀਕੇ ਨਾਲ ਲਿਖ ਲਿਆ 3 × 3 3 × 3 3 × 3 वर्गमूल कढ़ा 3 × 3 × 3 आंसर कितना आ गया 27 यानी कि 27 ਨੂੰ 27 ਨਾਲ ਗੁਣਾ ਕਰੀ ਤਾਂ ਆਂਸਰ ਕਿੰਨਾ ਆ ਗਿਆ 729 27 ਇਜ਼ ਦਾ ਸਕੁਆਇਰ ਰੂਟ 81 ਨੂੰ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਨਾਲ ਗੁਣਾ ਕੀਤਾ ਜਾਵੇ ਕਿ ਉਹ ਪੂਰਨ ਖੰਡ ਬਣ ਜਾਵੇ by which smallest number 81 should be multiplied to make it a perfect cube ਤਾਂ ਜਦੋਂ ਆਪਣੇ ਕੋਲ ਇਸ ਤਰੀਕੇ ਦਾ ਕੁਐਸਚਨ ਆਂਦਾ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਉਹਦੇ ਗੁਣਨਖੰਡ ਬਣਾਓ ਤੁਹਾਨੂੰ ਕੁਐਸਚਨ ਦੀ ਭਾਵੇਂ ਸਮਝ ਨਹੀਂ ਵੀ ਲੱਗ ਰਹੀ ਤਾਂ ਵੀ ਤੁਸੀਂ ਗੁਣਨਖੰਡ ਬਣਾ ਦਿਓ ਠੀਕ ਹੈ 81 ਦੇ ਗੁਣਨਖੰਡ ਜਦੋਂ ਆਪਾਂ ਬਣਾਏ ਆ ਉੱਪਰ ਆਪਾਂ ਬਣਾਏ ਸੀਗੇ ਸੇਮ ਉਹੀ ਬਣ ਜਾਣਗੇ ਤਾਂ 4 ਟਾਈਮਸ ਇਹ 3 ਨਾਲ ਹੋ ਗਿਆ ਮਲਟੀਪਲਾਈ ਲੇਕਿਨ ਹੁਣ ਆਪਾਂ ਕੀ ਕੱਢ ਰਹੇ ਆ ਇਹਦਾ ਕਿਊਬ ਪਤਾ ਕਰਨਾ ਹੈ ਪੂਰਨ ਖੰਡ ਬਣਾਉਣਾ ਹੈ ਤਾਂ ਇੱਕ ਤਾਂ ਤਿਕੜੀ ਆ ਬਣ ਗਈ ਆਪਣੇ ਕੋਲ ਆ ਬਣ ਗਈ ਆ 3 ਜਿਹੜਾ ਉਹ ਕੱਲਾ ਰਹਿ ਗਿਆ ਤਾਂ ਆਪਾਂ ਪੁੱਛਿਆ ਉਹਨੇ ਗੁਣਾ ਕਿਹਦੇ ਨਾਲ ਕੀਤਾ ਜਾਵੇ ਤਾਂ 2 3 ਨਾਲ ਹੋਰ ਗੁਣਾ ਕਰ ਦੋ ਠੀਕ ਹੈ ਤਾਂ ਇਹ ਬਣ ਜਾਏਗਾ ਆਪਣੇ ਕੋਲ ਇੱਕ ਆ ਤਿਕੜੀ ਬਣ ਗਈ ਹੁਣ ਇੱਕ ਆ ਤਿਕੜੀ ਬਣ ਗਈ ਤਾਂ ਆਪਣਾ ਆਨਸਰ ਕੀ ਆ ਜਾਏਗਾ ਆਪਾਂ ਕਿਹਦੇ ਨਾਲ ਗੁਣਾ ਕੀਤਾ ਹੈ 9 ਇਜ਼ ਦਾ ਸਮੋਲੈਸਟ ਨੰਬਰ ਜਿਹਦੇ ਨਾਲ ਇਹਨੂੰ ਮਲਟੀਪਲਾਈ ਕੀਤਾ ਜਾਵੇ 9 ਉਹ ਸਭ ਤੋਂ ਛੋਟੀ ਸੰਖਿਆ ਹੈ ਗੁਣਾ ਕਰਕੇ ਕਿੰਨਾ ਬਣ ਰਿਹਾ ਉਹੀ 729 ਹੀ ਬਣ ਰਿਹਾ ਹੁਣ ਆਪਾਂ ਕੁਐਸਚਨ ਕੀਤਾ ਨਾ ਉੱਪਰ ਉਹ ਸੇਮ ਹੀ ਹੈ ਨੈਕਸਟ ਵਿੱਚ ਸੀਗਾ ਨੈਕਸਟ ਕੁਐਸਚਨ ਹੈ ਫਾਈਂਡ ਦਾ ਵੈਲਿਊ ਆਫ p p ਦਾ ਮੁੱਲ ਪਤਾ ਕਰੋ ਜਦੋਂ ਆ ਸਟੇਟਮੈਂਟ ਟਰੂ ਹੋਵੇ ਠੀਕ ਹੈ ਹੁਣ ਇੱਥੇ ਦੇਖੋ ਆਧਾਰ ਸੇਮ ਨੇ ਬੇਸ ਸੇਮ ਨੇ ਤਾਂ ਦੋਨੋਂ ਪਾਵਰਸ ਕੀ ਹੋਣਗੀਆਂ ਮਾਈਨਸ ਕਿਉਂਕਿ ਵਿੱਚ ਕਾਦਾ ਨਿਸ਼ਾਨ ਹੈਗਾ ਹੈ ਡਿਵੀਜ਼ਨ ਦਾ ਨਿਸ਼ਾਨ ਹੈ a ਪਾਵਰ m ਡਿਵਾਈਡਡ ਬਾਈ a ਪਾਵਰ n a ਪਾਵਰ m - n ਇਹ ਫਾਰਮੂਲਾ ਲਿਖਣਾ ਇੱਥੇ ਬਹੁਤ ਜ਼ਰੂਰੀ ਹੈ ਤਾਂ 5 p ਪਾਵਰ ਕੀ ਆ ਗਿਆ ਮਾਈਨਸ ਔਰ ਇੱਕ ਆ ਵਾਲਾ ਮਾਈਨਸ ਹੈ ਤੇ ਕੀ ਬਣ ਗਿਆ ਪਲੱਸ ਇਧਰੋਂ 5 ਪਾਵਰ 5 ਇਹ ਦੋਨੋਂ ਹੁਣ ਕਿਹਦੇ ਬਰਾਬਰ ਨੇ ਆਪਸ ਚ ਬਰਾਬਰ ਨੇ ਤਾਂ p ਦੀ ਕੀਮਤ ਆ ਗਈ ਮੇਰੇ ਕੋਲ 2 ਬਹੁਤ ਹੀ ਸਮਾਲ ਕੁਐਸਚਨ ਸੀਗਾ ਇਹ ਆਪਣਾ ਸੈਕਸ਼ਨ B ਸੀ ਹੁਣ ਆਪਾਂ ਸੈਕਸ਼ਨ C 4 ਮਾਰਕਸ ਦੇ ਕੁਐਸਚਨ ਵੇਖਦੇ ਹਾਂ ਫਰਸਟ ਕੁਐਸਚਨ ਹੈ ਪ੍ਰੀਤ is 6 years older than Abdul 6 years ago Preet's age was 4 times Abdul's age find their present age ਕੀ ਕਹਿੰਦਾ ਪ੍ਰੀਤ ਦੀ ਉਮਰ ਅਬਦੁਲ ਦੀ ਉਮਰ ਤੋਂ 6 ਸਾਲ ਵੱਧ ਹੈ ਹੁਣ ਦੀ ਘੜੀ ਹਾਲ ਦੀ ਘੜੀ ਉਹਨਾਂ ਦਾ ਇਹ ਹੈ ਆਪਸ ਦੇ ਵਿੱਚ ਏਜ ਦਾ ਸੰਬੰਧ 6 ਸਾਲ ਪਹਿਲਾਂ ਪ੍ਰੀਤ ਦੀ ਉਮਰ ਅਬਦੁਲ ਦੀ ਉਮਰ ਦਾ 4 ਗੁਣਾ ਸੀ ਦੋਨਾਂ ਦੀ ਵਰਤਮਾਨ ਉਮਰ ਪਤਾ ਕਰੋ ਤਾਂ ਜਦੋਂ ਤੁਸੀਂ ਇਸ ਇਹੋ ਜਿਹਾ ਕੁਐਸਚਨ ਦੇਖਦੇ ਤਾਂ ਜਿਹੜੀ ਚੀਜ਼ ਪੁੱਛੀ ਹੁੰਦੀ ਹੈ ਪਹਿਲਾਂ ਤੁਸੀਂ ਉਹਨੂੰ ਸਪੋਜ਼ ਕਰ ਲਓ ਮੰਨ ਲਓ ਕਿ ਅਬਦੁਲ ਦੀ ਵਰਤਮਾਨ ਉਮਰ x ਹੈ ਤਾਂ ਪ੍ਰੀਤ ਦੀ ਵਰਤਮਾਨ ਉਮਰ ਜੋ ਕਿ 6 ਸਾਲ ਬਾਅਦ ਹੋ ਕੇ ਹੋ ਜਾਏਗੀ 6 + x ਲੈਟ ਅਬਦੁਲਸ ਪ੍ਰੈਜ਼ੈਂਟ ਏਜ ਇਜ਼ x ਤਾਂ ਪ੍ਰੀਤਸ ਪ੍ਰੈਜ਼ੈਂਟ ਏਜ ਕਿੰਨੀ ਹੋ ਜਾਏਗੀ ਆਪਣੇ ਕੋਲ x + 6 ਪਰ ਹਿਸਾਬ ਆਪਾਂ ਨੂੰ ਦੇ ਰੱਖਿਆ 6 ਸਾਲ ਪਹਿਲਾਂ ਦਾ 6 ਸਾਲ ਪਹਿਲਾਂ ਦੀ ਉਮਰ ਦੱਸੋ ਉਹਨਾਂ ਦੀ ਕਿੰਨੀ ਹੋਏਗੀ ਪ੍ਰੀਤ ਦੀ ਉਮਰ ਵਿੱਚੋਂ ਵੀ 6 ਸਾਲ ਘਟਾ ਦਿਓ ਅਬਦੁਲ ਦੀ ਉਮਰ ਵਿੱਚੋਂ 6 ਸਾਲ ਘਟਾ ਦਿਓ x ਔਰ 6 - x - 6 ਆ ਗਿਆ ਠੀਕ ਹੈ ਅਕੋਰਡਿੰਗ ਟੂ ਕੁਐਸਚਨ ਜਿਹੜਾ x ਹੈ ਯਾਨੀ ਕਿ ਪ੍ਰੀਤ ਦੀ ਉਮਰ ਹੈ ਉਹ ਅਬਦੁਲ ਦੀ ਉਮਰ ਦਾ 4 ਗੁਣਾ ਹੈ ਤਾਂ x ਬਰਾਬਰ 4x - 24 ਇਹਨੂੰ ਸੋਲਵ ਕਰ ਲਿਆ ਆਪਾਂ ਹੁਣ x ਨੂੰ ਆਪਾਂ ਦੂਜੇ ਪਾਸੇ ਲੈ ਜਾਈਏ ਤਾਂ 4x - x ਆ ਜਾਏਗਾ ਠੀਕ ਹੈ 24 ਨੂੰ ਦੂਜੇ ਪਾਸੇ ਲੈ ਜਾਈਏ ਤਾਂ ਪਲੱਸ ਦਾ 24 ਆ ਜਾਏਗਾ ਤਾਂ ਇਹ ਬਣ ਜਾਏਗਾ 3x = 24 ਤਾਂ x ਦੀ ਕੀਮਤ ਕਿੰਨੀ ਆ ਜਾਏਗੀ ਮੇਰੇ ਕੋਲ 8 x ਬਰਾਬਰ 8 ਤਾਂ x ਕੀ ਸੀਗਾ ਅਬਦੁਲ ਦੀ ਵਰਤਮਾਨ ਉਮਰ ਤੇ ਅਬਦੁਲਸ ਪ੍ਰੈਜ਼ੈਂਟ ਏਜ ਠੀਕ ਹੈ ਕਿੰਨੀ ਹੋ ਗਈ ਆਪਣੇ ਕੋਲ 8 ਇਅਰਸ ਠੀਕ ਹੈ ਤਾਂ ਪ੍ਰੀਤਸ ਪ੍ਰੈਜ਼ੈਂਟ ਏਜ ਉਹ ਕਿੰਨੀ ਹੋ ਜਾਏਗੀ ਵਿੱਚ 6 ਜੋੜਨੇ ਨੇ ਨਾ ਯਾਨੀ ਕਿ 14 ਇਅਰਸ ਅਬਦੁਲ ਦੀ ਵਰਤਮਾਨ ਉਮਰ 8 ਸਾਲ ਪ੍ਰੀਤ ਦੀ ਵਰਤਮਾਨ ਉਮਰ ਕਿੰਨੀ ਹੋਗੀ 14 ਸਾਲ ਇਹ ਜੇ ਕੁਐਸਚਨ ਦੇ ਵਿੱਚ ਬੇਟਾ ਜਿੱਥੋਂ ਤੁਸੀਂ ਸ਼ੁਰੂ ਕੀਤਾ ਸੀਗਾ ਉਹ ਆਨਸਰ ਅਖੀਰ ਵਿੱਚ ਲਿਖਣਾ ਜ਼ਰੂਰੀ ਹੁੰਦਾ ਮਾਰਕਿੰਗ ਵਿੱਚ ਆਪਾਂ ਨੂੰ ਫਿਰ ਫੁੱਲ ਮਾਰਕਸ ਮਿਲਦੇ ਨੇ ਇਹਦੇ ਵਿੱਚ ਔਰ ਦਾ ਆਪਸ਼ਨ ਵੀ ਸੀਗਾ ਉਹ ਵੀ ਵੇਖ ਲੈਂਦੇ n / 2 - 3n/4 + 5n/6 = 21 n ਦਾ ਮੁੱਲ ਪਤਾ ਕਰੋ ਤਾਂ 246 ਦਾ ਆਪਾਂ ਕੀ ਕੱਢ ਲਾਂਗੇ LCM ਠੀਕ ਹੈ LCM ਲੈ ਲਿਆ 246 ਦਾ ਤਾਂ ਕਿੰਨਾ ਆ ਗਿਆ ਆਪਣੇ ਕੋਲ 12 ਆ ਗਿਆ
ਤਾਂ ਹੁਣ ਇੱਥੇ ਲਾਈਨ ਖਿੱਚੋ ਔਰ ਇੱਥੇ ਪਾ ਲਓ 12 ਆ ਪਾ ਲਿਆ। ਹੁਣ 12 ਦੇ ਨਾਲ ਤੁਸੀਂ ਇਹਨੂੰ ਡਿਵਾਈਡ ਕਰੋ 2 ਨੂੰ ਤਾਂ ਉੱਪਰ 6 ਮਲਟੀਪਲਾਈ ਹੋਊਗਾ, 4 ਨਾਲ ਕੀਤਾ 3 ਮਲਟੀਪਲਾਈ ਹੋਊਗਾ, 6 ਨਾਲ ਡਿਵਾਈਡ ਕੀਤਾ 2 ਮਲਟੀਪਲਾਈ ਹੋ ਗਿਆ ਤਾਂ 6n ਮਾਈਨਸ 3n ਔਰ ਇੱਧਰ ਕੀ ਆ ਗਿਆ ਆਪਣੇ ਕੋਲ 10n। ਇਹਨੂੰ ਸੋਲਵ ਕੀਤਾ 16 ਵਿੱਚੋਂ 9 ਗਿਆ ਕਿੰਨਾ ਆ ਗਿਆ 7n ਬਟੇ 12 ਬਰਾਬਰ 21। ਠੀਕ ਹੈ ਜੀ, ਤਾਂ n ਦੀ ਕੀਮਤ ਮੇਰੇ ਕੋਲ ਕਿੰਨੀ ਆ ਗਈ 12 21 ਨਾਲ ਹੋਊਗਾ ਗੁਣਾ ਔਰ 7 ਨਾਲ ਹੋਊਗਾ ਡਿਵਾਈਡ ਤਾਂ n ਆ ਗਿਆ 36। ਨੈਕਸਟ ਕੁਐਸਚਨ ਵੇਖਦੇ ਹਾਂ। ਸਮਾਂਤਰ ਚਤੁਰਭੁਜ ਬੈਸਟ ਵਿੱਚ ਕੋਣ ਵੀ 105 ਹੈ, ਇਸ ਦੇ ਬਾਕੀ ਸਾਰੇ ਕੋਣਾਂ ਦਾ ਮਾਪ ਪਤਾ ਕਰੋ। ਇਨ ਅ ਪੈਰਲਲੋਗ੍ਰਾਮ ਬੈਸਟ ਫਾਈਂਡ ਆਲ ਦ ਐਂਗਲਸ। ਪੈਰਲਲੋਗ੍ਰਾਮ ਦੀ ਬੇਟਾ ਇੱਥੇ ਹੋਗੀ ਪ੍ਰੋਪਰਟੀਜ਼ ਯੂਜ਼, ਦੋ ਪ੍ਰੋਪਰਟੀਜ਼ ਯੂਜ਼ ਹੋਣੀਆਂ। ਪਹਿਲੀ ਗੱਲ opposite angles of parallelogram are equal, adjacent angles of parallelogram are supplementary, यानी कि B ਤੇ S ਬਰਾਬਰ ਹੋਣਗੇ, E ਤੇ T ਬਰਾਬਰ ਹੋਣਗੇ, B ਔਰ E ਦਾ ਜੋੜ 180 ਹੋਊਗਾ। ਠੀਕ ਹੈ, ਤਾਂ B ਔਰ S ਹੋ ਗਏ 105 ਆ ਗਿਆ, ਇੱਥੋਂ ਆ ਗਿਆ ਆਨਸਰ ਆਪਣਾ। B ਔਰ E ਦਾ ਜੋੜ ਆ ਗਿਆ 180, E ਦੀ ਕੀਮਤ 180 ਵਿੱਚ 105 ਘਟਾਏ 75, E ਔਰ T 75 ਹੈ। ਕਿੰਨਾ ਸੌਖਾ ਹੀ 4 ਮਾਰਕਸ ਦਾ ਕੁਐਸਚਨ ਹੈ। ਠੀਕ, ਔਰ ਇਹਦੇ ਵਿੱਚ ਕਈ ਵਾਰ ਆਪਣੇ ਕੋਲ ਆ ਜਾਂਦਾ ਹੁੰਦਾ ਬੇਟਾ ਅਪੋਜ਼ਿਟ ਸਾਈਡਸ ਵਾਲਾ ਕੁਐਸਚਨ ਜਾਂ ਆ ਜਾਂਦਾ ਹੁੰਦਾ ਡਾਇਗਨਲਸ ਵਾਲਾ ਕੁਐਸਚਨ। ਅੱਧਾ ਡਾਇਗਨਲ ਦੇ ਰੱਖਿਆ ਹੁੰਦਾ, ਇੱਥੇ x ਦਾ ਕੋਈ ਪੋਲੀਨੋਮੀਅਲ ਬਣਾ ਰੱਖਿਆ ਹੁੰਦਾ। ਠੀਕ ਹੈ, ਇੱਥੇ ਕੋਈ ਨੰਬਰ ਲਿਖਿਆ ਵਾ ਹੁੰਦਾ, ਜਿਵੇਂ ਇੱਥੇ ਲਿਖਿਆ ਵਾ 6x ਬਰਾਬਰ 12, ਤਾਂ ਤੁਸੀਂ ਅੱਧੇ ਜਿਹੜੇ ਡਾਇਗਨਲਸ ਆਪਸ 'ਚ ਬਰਾਬਰ ਕਰਕੇ ਕੁਐਸਚਨ ਨੂੰ ਸੋਲਵ ਕਰ ਲੈਣਾ। ਨੈਕਸਟ ਕੁਐਸਚਨ ਹੈਗਾ ਹੈ ਜੋੜ ਕਰੋ। बहुपद दे रखे ने 2x² माइनस 3xy प्लस 4 और 5 प्लस 7xy माइनस 3x² y²। लेकिन हुण आपां नूं इह मैच करके एक दूजे दे थल्ले लिखने पैणे है। 2x² y² दे नाल दी टर्म हैगी आ और 7 दी नाल दी तां चलो आ होगी 5 और 4 नाल दे ने, तो इसी तरीके नाल इन्हूं लिखिया जावे। 2 दे नीचे आपां 3 पा लिया, 3 दे नीचे 7 पा लिया, 4 दे नीचे 5 पा लिया। ਇਹਨੂੰ ਸੋਲਵ ਕੀਤਾ 2 ਵਿੱਚੋਂ -3 ਗਏ ਤਾਂ -1 ਆ ਗਿਆ। ਆ ਜਿਹੜੇ ਨਾਲ ਆਪਣੇ ਕੋਲ x² y² ਇਹ ਤਾਂ ਐਵੇਂ ਚਲਾਉਣੇ ਨੇ। 7 ਵਿੱਚੋਂ 3 ਗਏ ਕਿੰਨਾ ਆ ਗਿਆ 4, 4 ਔਰ 5 ਜੋੜੇ ਕਿੰਨਾ ਆ ਗਿਆ 9, ਇਹ ਆਪਣਾ ਆਨਸਰ ਆ ਗਿਆ। ਨੈਕਸਟ ਆ ਗਿਆ ਆਪਣਾ ਡਾਇਰੈਕਟ ਇਨਡਾਇਰੈਕਟ ਦਾ ਕੁਐਸਚਨ। ਡਾਇਰੈਕਟ ਇਨਡਾਇਰੈਕਟ ਪ੍ਰੋਪੋਰਸ਼ਨ, ਸਿੱਧਾ ਉਲਟ ਅਨੁਪਾਤ। If the weight of 12 sheets of a paper is 36 gram, how many sheets of the same paper will weigh 300 grams? ਜੇ ਕਾਗਜ਼ ਦੀਆਂ 12 ਸ਼ੀਟਾਂ ਦਾ ਭਾਰ 36 ਗ੍ਰਾਮ ਹੈ ਤਾਂ ਕਾਗਜ਼ ਦੀਆਂ ਕਿੰਨੀਆਂ ਸ਼ੀਟਾਂ ਦਾ ਭਾਰ 300 ਗ੍ਰਾਮ ਹੋਵੇਗਾ। ਕੁਐਸਚਨ ਦੇ ਉੱਪਰ ਹੀ ਲਿਖ ਲਓ ਕਿ ਆ ਮੇਰਾ x ਹੈਗਾ। 1 2 ਔਰ 3 ਨੰਬਰ ਦੇ ਰੱਖੇ, ਚੌਥਾ ਨੰਬਰ ਪੁੱਛਿਆ ਹੋਇਆ ਹੈ। ਟੇਬਲ ਬਣਾਉਣਾ ਹੈ। ਦੇਖੋ ਬੇਟਾ ਟੇਬਲ ਦੇ ਵਿੱਚ ਆਪਣੇ ਕੋਲ ਦੋ ਚੀਜ਼ਾਂ ਨੇ, ਸ਼ੀਟਾਂ ਦਾ ਭਾਰ weight और शीटां की संख्या नंबर ऑफ शीट्स। 36 ने तो 12 आ गया, 300 ने तो कितना आऊगा। हुण आपां ये हिसाब लगाइए कि डायरैक्ट इनडायरैक्ट प्रपोर्शन सिद्धा है कि उल्ट अनुपात है। जे आपां शीट्स की गिनती वधा दीए तो उन्हां दा भार वधदा है ना, और जे शीट्स की गिनती घटा दीए तो भार भी घटूगा। तो यह किहड़ा अनुपात हैगा है? सिद्धा अनुपात है, डायरैक्ट प्रपोर्शन। तुसीं इन्ना की लिख देना बस। ਹੁਣ ਆ ਦੇਖ ਲਿਖਦੇ ਨਾਲ ਹੀ ਆਪਾਂ ਨੂੰ ਇਹ ਕਲੀਅਰ ਹੋ ਗਿਆ ਕਿ ਇੱਥੇ ਲਗਾਓ ਲਾਈਨ ਔਰ ਇੱਥੇ ਲਗਾਓ ਬਰਾਬਰ। ਤਾਰ ਲਓ ਰਕਮਾ 36/12 ਬਰਾਬਰ 300/x। x ਨੂੰ ਉੱਪਰ ਲੈ ਜਾਓ, 12 ਨੂੰ 300 ਨਾਲ ਗੁਣਾ ਕਰ ਦਿਓ, 36 ਨੂੰ ਲਿਆਓ ਨੀਚੇ, ਤਾਂ 300 ਗੁਣਾ 12/36। ਇਹਨੂੰ ਸੋਲਵ ਕਰਕੇ ਮੇਰੇ ਕੋ ਕਿੰਨਾ ਆ ਗਿਆ 100। ਯਾਨੀ ਕਿ ਦੇਖੋ 3 ਹੈ ਨਾ, 12 3 36, ਤਾਂ 100 ਨੂੰ 3 ਨਾਲ ਮਲਟੀਪਲਾਈ ਕਰਾਂਗੇ 300, ਤਾਂ 100 ਸ਼ੀਟਸ ਜਦੋਂ ਹੋਣਗੀਆਂ ਤਾਂ 300 ਗ੍ਰਾਮਸ weight ਹੋਵੇਗਾ। ਦੂਸਰਾ ਆਪਸ਼ਨ ਇਹਦੇ ਵਿੱਚ ਦੇਖ ਲੈਂਦੇ ਹੋਰ। ਜੇਕਰ 15 ਆਦਮੀ ਇੱਕ ਕੰਧ ਨੂੰ 24 ਘੰਟਿਆਂ ਵਿੱਚ ਬਣਾਉਂਦੇ ਹਨ ਤਾਂ 30 ਘੰਟਿਆਂ ਵਿੱਚ ਉਹ ਕੰਮ ਨੂੰ ਪੂਰਾ ਕਰਨ ਲਈ ਕਿੰਨੇ ਆਦਮੀ ਚਾਹੀਦੇ ਹਨ? ਆਦਮੀ ਇੱਥੇ ਲਿਖਾਂਗੇ ਆਪਾਂ x, ਤਾਂ ਆਦਮੀ ਔਰ ਆ ਕੀ ਹੈ ਸਮਾਂ। If 15 men can build a wall in 24 hours, how many men will be required to do the same work in 30 hours? ਕਈ ਵਾਰ ਬੇਟਾ ਕੁਐਸਚਨ ਲਿਖਿਆ ਹੋਇਆ ਹਾਊ ਮੈਨੀ ਮੋਰ ਮੈਨ, ਹੋਰ ਕਿੰਨੇ ਆਦਮਾਂ ਦੀ ਲੋੜ ਪੈਗੀ, ਤਾਂ ਹੋਰ ਵਾਲਾ ਜਿਹੜਾ ਵਰਡ ਹੈ ਉਹਦੇ ਪਰ ਧਿਆਨ ਦੇਣਾ। ਫਿਰ ਆਪਾਂ ਆਨਸਰ ਕੱਢ ਕੇ ਨਾ ਪਿਛਲੀ ਰਕਮ ਵਿੱਚੋਂ ਮਾਈਨਸ ਕਰਦੇ ਹੁੰਦੇ ਆ। ਆਪਾਂ ਜਦੋਂ ਟੇਬਲ ਬਣਾਉਣਾ ਹੈ ਉਹਦੇ ਵਿੱਚ ਦੋ ਚੀਜ਼ਾਂ ਲਿਖਣੀਆਂ ਨੇ, ਆਦਮੀਆਂ ਦੀ ਸੰਖਿਆ ਨੰਬਰ ਆਫ ਵਰਕਰਸ ਤੇ ਟਾਈਮ ਘੰਟਿਆਂ ਦੇ ਵਿੱਚ ਆਵਰਸ ਦੇ ਵਿੱਚ। ਤਾਂ ਪਹਿਲਾਂ ਆਪਣੇ ਕੋਲ 15 ਆਦਮੀ ਸੀਗੇ ਤਾਂ ਉਹ 24 ਆਵਰਸ ਦੇ ਵਿੱਚ ਕੰਮ ਕਰ ਰਹੇ ਸੀਗੇ,
ਤੇ ਹੁਣ ਜੇ 30 ਘੰਟਿਆਂ ਵਿੱਚ ਕੰਮ ਨੂੰ ਪੂਰਾ ਕਰਨਾ ਹੋਵੇ ਤਾਂ ਕਿੰਨੇ ਆਦਮੀਆਂ ਦੀ ਲੋੜ ਆਪਾਂ ਨੂੰ ਪਵੇਗੀ। ਜੇ ਆਪਾਂ ਆਦਮੀਆਂ ਦੀ ਸੰਖਿਆ ਵਧਾਵਾਂਗੇ ਤਾਂ ਨੈਚੁਰਲੀ ਆਪਾਂ ਨੂੰ ਕੰਮ ਕਰਨ ਦੇ ਲਈ ਟਾਈਮ ਦੀ ਘੱਟ ਲੋੜ ਪਏਗੀ। ਇਹਦਾ ਮਤਲਬ ਇਹ ਇੱਕ ਉਲਟ ਅਨੁਪਾਤ ਦਾ ਸਵਾਲ ਹੈ। This is a case of indirect proportion। ठीक है, इस केस ਵਿੱਚ ਆਪਾਂ ਹੁਣ ਇਹਨੂੰ ਸੋਲਵ ਕਿਵੇਂ ਕਰਨਾ ਹੈ। 15 और 24 दोनों ਨੂੰ ਮਲਟੀਪਲਾਈ ਕਰੋ ਇਕੁਅਲ ਟੂ x ਮਲਟੀਪਲਾਈਡ ਬਾय 30। ਤਾਂ 15 25 ਇਕੁਅਲਸ ਟੂ x ਮਲਟੀਪਲਾਈਡ ਬਾय 30। x ਦੀ ਆਪਾਂ ਵੈਲਿਊ ਫਾਈਂਡ ਆਊਟ ਕਰਨਾ ਚਾਹੁੰਦੇ ਹਾਂ ਤਾਂ 15 ਮਲਟੀਪਲਾਈਡ ਬਾय 24 ਨੂੰ 30 ਨਾਲ ਕਰ ਦਿਓ ਡਿਵਾਈਡ। ठीक है, 6 ਦੇ ਉੱਪਰ ਕੈਂਸਲ ਕਰੋ, 6 4 ਦਾ 24, 6 5 ਦਾ 30, 5 3 ਦਾ 15। ਤਾਂ x ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ 12, ਯਾਨੀ ਕਿ 12 ਮੈਨ ਜਾਂ ਆਦਮੀ ਆਪਣਾ ਆਨਸਰ ਹੈ। ਤਾਂ ਨੈਕਸਟ ਆਪਣੇ ਕੋਲ ਕੁਐਸਚਨ ਹੈਗਾ ਹੈ ਫੈਕਟਰਾਈਜ਼। ਫੈਕਟਰਾਈਜ਼ x² + 14x + 33, ਯਾਨੀ ਕਿ ਆਪਾਂ ਇਹਦੇ ਗੁਣਨ ਖੰਡੀਕਰਨ ਕਰਨਾ ਹੈ। ਬਹੁਤ ਹੀ ਸੌਖਾ ਕੁਐਸਚਨ ਹੈ ਬੇਟਾ। ਬੱਚੇ ਕਈ ਵਾਰ ਇਹਨੂੰ ਡਿਫਿਕਲਟ ਮੰਨ ਕੇ ਕੁਐਸਚਨ ਪੂਰਾ ਛੱਡ ਹੀ ਦਿੰਦੇ ਨੇ। ਤੁਸੀਂ ਕਿਹੜੇ ਨੰਬਰਸ ਪਰ ਧਿਆਨ ਦੇਣਾ ਹੈ, ਜਿਹੜਾ ਪਿਛਲਾ ਨੰਬਰ ਆਪਾਂ ਨੂੰ ਕਨਸਟੈਂਟ ਟਰਮ ਦੇ ਰੱਖੇ ਜਿਹਦੇ ਨਾਲ ਕੋਈ x ਨਹੀਂ ਹੈਗਾ, ਉਹ ਹੈਗਾ ਹੈ 33, ਔਰ ਜਿਹਦੇ ਨਾਲ x ਦੇ ਰੱਖਿਆ ਹੈ ਉਹ ਹੈ 14। ਇਹ ਦੋ ਨੰਬਰਾਂ ਤੇ ਧਿਆਨ ਦਿਓ। ਹੁਣ ਦੋ ਨੰਬਰ ਇਹੋ ਜਿਹੇ ਚੂਜ਼ ਕਰੋ ਜਿਨ੍ਹਾਂ ਨੂੰ ਮਲਟੀਪਲਾਈ ਕਰਕੇ ਤਾਂ ਆਵੇ 33 ਔਰ ਪਲੱਸ ਕਰਕੇ ਆਵੇ 14। ਤਾਂ 11 ਔਰ 3 ਇਹਨਾਂ ਨੂੰ ਜੇ ਆਪਾਂ ਗੁਣਾ ਕਰਾਂਗੇ ਤਾਂ 33 ਆ ਜਾਊਗਾ, ਔਰ 11 + 3 ਕਰਾਂਗੇ ਤਾਂ 14 ਆ ਜਾਊਗਾ। ਹੁਣ ਇਹਨੂੰ ਲਿਖਣਾ ਕਿਸ ਤਰੀਕੇ ਨਾਲ ਹੈ, ਇਹਨੂੰ ਕਹਿੰਦੇ ਆਪਾਂ ਮਿਡਲ ਟਰਮ। ਜਿਹੜੀ ਵਿੱਚ ਵਾਲੀ ਸੰਖਿਆ ਜਿਹੜੀ x ਦੇ ਨਾਲ ਹੈ ਉਹਨੂੰ ਦੋ ਹਿੱਸਿਆਂ ਵਿੱਚ ਤੋੜ ਦਿਓ, 11 + 3। x ਨੂੰ ਲੈ ਲਓ ਸਾਂਝਾ, 11 + 3 ਲਿਖ ਲਿਆ। ਇੱਧਰੋਂ 33 ਨੂੰ ਆਪਾਂ ਕੀ ਲਿਖ ਲਿਆ, 11 × 3, ਇੱਧਰ ਵੀ 11 × 3 ਆ ਗਿਆ। ਹੁਣ x² + 11 + 3x + 11 + 3 ਆਪਣੇ ਕੋਲ ਬਣ ਗਿਆ। ਇਹਨੂੰ ਤੁਸੀਂ ਇਸ ਫਾਰਮੂਲੇ ਦੇ ਨਾਲ ਕੰਪੇਅਰ ਕਰੋ, ਆਇਡੈਂਟੀਟੀ ਦੇ ਨਾਲ, x + a x + b = x² + a + bx + ab। ਤੁਸੀਂ ਧਿਆਨ ਨਾਲ ਦੇਖੋ ਕਿ ਜਿਹੜਾ ਆਪਣਾ a ਹੈ 11 ਹੋ ਗਿਆ ਔਰ b ਕਿੰਨਾ ਹੈ 3 ਹੋ ਗਿਆ। ਦੇਖੋ ਸੇਮ ਆ ਗਿਆ ਨਾ। ਤਾਂ ਸਿੱਧਾ ਕਿਹਦੇ ਬਰਾਬਰ ਹੋ ਗਿਆ, x + a x + b, x + 11 ਔਰ x + 3। ਇਹ ਆਪਣਾ ਆਨਸਰ ਹੈ। ਫੈਕਟਰਾਈਜੇਸ਼ਨ ਵਾਲੇ ਕੁਐਸਚਨ ਦੇ ਵਿੱਚ ਆਪਣੇ ਕੋਲ ਚੁਆਇਸ ਹੈਗੀ ਹੈ ਮੈਚ ਕਾਲਮ ਦੀ, ਤੇ ਉਹ ਵੀ ਵੇਖ ਲੈਂਦੇ ਆ। x² - 3², ਇਹ ਤਾਂ ਬੇਟਾ ਤੁਸੀਂ ਫਾਰਮੂਲਾ ਜਾਂ ਇਸ ਟਰਮ ਨੂੰ ਯਾਦ ਹੀ ਕਰ ਲਓ, ਕਿਉਂਕਿ ਇਸ ਤੋਂ ਰਿਲੇਟਡ ਬਹੁਤ ਜ਼ਿਆਦਾ ਆਪਣੇ ਕੋਲ ਕੁਐਸਚਨ ਆਉਣ ਦੇ ਚਾਂਸ ਨੇ, ਚਾਹੇ ਉਹ ਮੈਚ ਕਾਲਮ 'ਚ ਆਵੇ, ਚਾਹੇ 1 ਮਾਰਕ ਦੇ ਵਿੱਚ ਆਵੇ। ਕਈ ਵਾਰ ਫੈਕਟਰਾਈਜੇਸ਼ਨ ਦੇ ਵਿੱਚ ਵੀ ਇਹਦਾ ਕੁਐਸਚਨ ਆ ਜਾਂਦਾ ਹੈ। ਤਾਂ ਇਹਨੂੰ ਕਿਵੇਂ ਤੋੜਨਾ ਆਪਾਂ, x + 3 ਔਰ x - 3, ਤਾਂ ਆ ਰਿਹਾ ਇਹਦਾ ਮੈਚ ਕਾਲਮ। ਨੈਕਸਟ ਦੇਖਦੇ ਹਾਂ, x + 3 ਪਾਵਰ 2 ਪਾਈ ਵੀ, ਇਹਦਾ ਮਤਲਬ ਇਹਨੂੰ 2 ਵਾਰੀ ਲਿਖਿਆ ਹੋਇਆ, ਤਾਂ ਆ ਰਿਹਾ 2 ਵਾਰੀ ਲਿਖਿਆ ਹੋਇਆ ਹੈ। 3x² - 3x। ਹੁਣ ਦੇਖੋ ਆਪਣੇ ਕੋਲ ਦੋ ਬੱਚਿਆਂ ਨੇ, ਇੱਕ ਆ ਪਲੱਸ ਵਾਲੀ, ਇੱਕ ਵਾਲੀ ਮਾਈਨਸ ਵਾਲੀ ਹੈ। ਤੁਸੀਂ ਇਸੇ ਤਰੀਕੇ ਨਾਲ ਇਹਨੂੰ ਕਰ ਵੀ ਸਕਦੇ ਹੋ, ਐਵੇਂ ਵੀ ਮੈਚ ਕਰ ਸਕਦੇ ਹੋ, ਲੇਕਿਨ ਆਨਸਰ ਆਪਾਂ ਬਣਾ ਕਿਵੇਂ ਰਹੇ ਹਾਂ, 3x² 3x ਦੇ ਵਿੱਚੋਂ 3x ਸਾਂਝਾ ਹੈਗਾ ਤਾਂ x - 1 ਬਚ ਗਿਆ, ਇੱਥੇ ਹੋ ਗਿਆ, ਤੇ ਆ ਇਹਦੇ ਨਾਲ ਬਚ ਗਿਆ। ਠੀਕ ਹੈ। ਕੁਐਸਚਨ ਨੰਬਰ 13 ਕੀ ਹੇਠਾਂ ਦਿੱਤਾ ਗ੍ਰਾਫ ਹਸਪਤਾਲ ਵਿੱਚ ਦਾਖਲ ਇੱਕ ਰੋਗੀ ਦੇ ਹਰ ਘੰਟੇ ਦੇ ਤਾਪਮਾਨ ਨੂੰ ਦਰਸਾਉਂਦਾ ਹੈ। The following graph shows the temperature of patient in hospital recorded every hour। ਤਾਂ y ਐਕਸਿਸ ਦੇ ਉੱਪਰ ਆਪਾਂ ਨੂੰ ਟੈਂਪਰੇਚਰ ਦੇ ਰੱਖਿਆ, ਤਾਪਮਾਨ ਦੇ ਰੱਖਿਆ, x ਐਕਸਿਸ ਦੇ ਉੱਪਰ ਆਪਾਂ ਨੂੰ ਟਾਈਮ ਦੇ ਰੱਖਿਆ, ਸਮਾਂ ਦੇ ਰੱਖਿਆ। ਕੁਐਸਚਨ ਵੇਖ ਲੈਂਦੇ ਆ। 2 PM ਤੇ ਰੋਗੀ ਦਾ ਤਾਪਮਾਨ ਕਿੰਨਾ ਸੀ, ਤਾਂ ਆ ਰਿਹਾ ਆਪਣੇ ਕੋਲ ਟਾਈਮ 2 PM, ਤੇ ਇਹਨੂੰ ਤੁਸੀਂ ਇੱਥੇ ਮੈਚ ਕਰੋ, ਤੇ ਇੱਥੇ ਦੇਖੋ ਕਿੰਨਾ ਟੈਂਪਰੇਚਰ ਆ ਗਿਆ 101, ਗੱਲਾਂ ਨਹੀਂ ਲਿਖਣਾ ਹੈਗਾ, ਡਿਗਰੀ ਫੈਰਨਹਾਈਟ। 3 PM ਤੇ ਕਿੰਨਾ ਟੈਂਪਰੇਚਰ ਸੀ, ਵਾਟ ਵਾਸ ਦਾ ਟੈਂਪਰੇਚਰ ਐਟ 3 PM, ਤਾਂ 3 ਨੂੰ ਤੁਸੀਂ ਇੱਥੇ ਮੈਚ ਕਰੋ, ਤੇ ਕਿੰਨਾ ਆਨਸਰ ਆ ਗਿਆ ਆਪਣੇ ਕੋਲ 99 ਡਿਗਰੀ ਫੈਰਨਹਾਈਟ। ਫॉर what ਟਾਈਮ ਦਾ ਟੈਂਪਰੇਚਰ ਵਾਸ 100 ਡਿਗਰੀ ਫੈਰਨਹਾਈਟ। ਰੋਗੀ ਦਾ ਤਾਪਮਾਨ 100 ਡਿਗਰੀ ਕਿੰਨੇ ਸਮੇਂ ਲਈ ਸੀ, ਤਾਂ 100 ਡਿਗਰੀ ਦੇਖੋ ਆ ਪਿਆ ਬੇਟਾ, ਇਹ ਕਨਸਟੈਂਟ ਰਿਹਾ ਹੈ 12 ਤੋਂ ਲੈ ਕੇ 1 PM ਤੱਕ, ਤਾਂ ਲਿਖਾਂਗੇ ਆਪਾਂ 12 to 1 PM। ਕਿਹੜੇ ਦੋ ਸਮਿਆਂ ਦੌਰਾਨ ਰੋਗੀ ਦਾ ਤਾਪਮਾਨ ਇੱਕੋ ਜਿਹਾ ਸੀ, ਇੱਕ ਤਾਂ ਇਹ ਆ ਗਿਆ 12 to 1 PM ਇੱਕੋ ਜਿਹਾ ਸੀਗਾ। ਹੋਰ ਕਿਹੜਾ ਟਾਈਮ ਸੀ ਜਦੋਂ ਤਾਪਮਾਨ ਸੇਮ ਸੀ, ਟੈਂਪਰੇਚਰ ਸੇਮ ਸੀ, 102 ਆ ਪਿਆ 102 10 AM ਤੋਂ 11 AM,
ਤਾਂ 10 AM 10 AM to 11 AM ਆ ਕੁਐਸਚਨ ਆਪਣੇ ਕੋਲ ਹੋ ਗਿਆ ਸੋਲਵ। ਬਹੁਤ ਈਜ਼ੀ ਕੁਐਸਚਨ ਸੀ। ਤਾਂ ਪਹਿਲਾਂ ਆਪਣੇ ਕੋਲ ਪਰਿਮੇਯ ਸੰਖਿਆਵਾਂ ਰੈਸ਼ਨਲ ਨੰਬਰਸ ਦੇ 2 ਮਾਰਕਸ ਦੇ ਕੁਐਸਚਨਸ ਆਣੇ ਨੇ, ਉਹਦੇ ਕੁਐਸਚਨਸ ਆਪਾਂ ਵੇਖ ਲੈਂਦੇ ਹਾਂ। ਪਹਿਲਾ ਕੁਐਸਚਨ ਹੈ ਹੱਲ ਕਰੋ -3/10 + 7/15 ਇਹਨੂੰ ਐਡ ਕਰਨਾ ਹੈ। ਠੀਕ ਹੈ, ਜਾਂ ਇਹੋ ਜਿਹੇ ਨੰਬਰਸ ਐਡ ਜਾਣਗੇ ਜਾਂ ਮਾਈਨਸ ਜਾਣਗੇ, ਮਲਟੀਪਲੀਕੇਸ਼ਨ ਆਏਗੀ, ਡਿਵੀਜ਼ਨ ਆਏਗੀ। ਠੀਕ ਹੈ, ਤਾਂ ਸਾਰਿਆਂ ਦੇ ਆਪਾਂ ਇੰਪੋਰਟੈਂਟ ਕੁਐਸਚਨਸ ਕਰ ਲੈਂਦੇ। ਠੀਕ ਹੈ, ਦੋ ਪਰਿਮੇਯ ਸੰਖਿਆਵਾਂ ਰੈਸ਼ਨਲ ਨੰਬਰ ਦੇ ਕੇ ਉਹਨਾਂ ਨੂੰ ਪਲੱਸ ਕਰਨਾ ਹੋਵੇ ਚਾਹੇ ਮਾਈਨਸ ਕਰਨਾ ਹੋਵੇ ਤਾਂ ਆਪਾਂ ਕੀ ਲੈਂਦੇ ਹਾਂ ਉੱਥੇ ਐਲਸੀਐਮ ਲੈਂਦੇ, ਜਾਂ ਤੁਸੀਂ ਬਟਰਫਲਾਈ ਮੈਥਡ ਦਾ ਵੀ -3 × 15 7 × 10 और नीचे की गुणा हो जाएगी 10 × 15। ठीक है, तो आ गया -45 + 70/150। एक प्लस की रकम है एक माइनस की, तो की होगा बेटा माइनस होगा, लेकिन नंबर जोड़ा है वो 70 वड्डा तो निशान कादा होगा अपने को प्लस का 25/150। ठीक है, हुण तुसी इहनूं की करना है होर जिन्ना रिड्यूस हो सके रिड्यूस कर लो। तो देखो ये दोनों ही 5 नाल डिवाइड हो सकते हैं, तो 5 नाल होर डिवाइड कर लो इन्हों, ऊपर नीचे आप कैंसलेशन कर लेंगे। ऊपर की आ गया 5, नीचे कितना आ गया 30। तो एक बार 5 नाल होर डिवाइड हो जाएगा, होर डिवाइड कर लो। ठीक है, तो ऊपर आ गया 1, नीचे आ गया 6, तो 1/6 आंसर आ गया। जे तुसी बेटा एलसीएम के मैथड नाल करना चाहो तो मैं तुहानूं वो भी करवा दिंदी है। 10 और 15 का जिहड़ा एलसीएम है वो फाइंड आउट कर लिया आपां। 5 2 = 10, 5 3 = 15, फिर 2 पर गया, फिर 3 पर चलावांगे आपां इहनूं, तो 5 2 = 10, 10 3 = 30, तो एलसीएम कितना आ गया अपने को 30। ठीक है, हुण इसी रकम नूं एवें लिख लिया और इत्थे 7/15 आ गया अपने को इहदा लघुत्तम समावर्तक 30। 10 और 3 तुसी करोगे डिवाइड, आंसर आऊगा 3, तो ऊपर 3 नाल गुणा होगी। 15 और 3 डिवाइड करोगे 2 आऊगा, ऊपर 2 नाल गुणा होगी। तो 9 और 7 दूनी कितना आ गया 14। 14 विचों 9 जाणगे तो कितना आऊगा अपने को 5, 5/30। ये भी कितना आ गया 1/6। तो जिहड़ा मैथड तुहानूं सौखा लगदा वो तुसी कर सकते। ठीक है, नैक्सट क्वेश्चन चलते हैं। क्वेश्चन नंबर 2, 2 माइनस जिहड़े हैं की बन जाएंगे प्लस बनणगे। लेट अस सी द सॉल्यूशन। तो पहली चीज़ तो आपां नूं आ सॉल्व करनी पैनी है कि माइनस और माइनस आपस च की हो रहे हैं असल विच मल्टीप्लाई, तो की बनणगे +3/4। हुण देखो ये पिछले क्वेश्चन वर्गी रकम बन गई ना, तो तुसीं सिंपली इत्थे की लगा सकते हो अपना बटरफ्लाई मैथड। इस तरीके नाल आपां नूं सॉल्व कर लांगे। तो आ जाएगा -4 × 5 + 3 × 12, और नीचे कितना आ जाएगा 12 × 4। सॉल्व करके इतना कितना आ गया -20, 12 3 = 36 आ गया, 12 4 = 48 आ गया, 36 विचों 20 जाणगे कितना आ गया 16 आ गया 14। तो 1/3 इज द आंसर। रिड्यूस्ड फॉर्म दे विच आंसर देना बेटा आपको। नैक्सट क्वेश्चन चलते हैं। हुण नैक्सट क्वेश्चन मल्टीप्लीकेशन का है। -5/8 × 4/3, तो -5/8 × 4/3। तो कई बार बेटा बच्चे कन्फ्यूज हो जाते हैं कि विच प्लस होवे चाहे मल्टीप्लाई होवे, और इस तरीके नाल ही गुणा करन लग जाते हैं। पर मल्टीप्लीकेशन दे विच जदों विच अपने मल्टीप्लीकेशन का साइन है तो तुसी की करना है, तुसी ऊपर दी गुणा ऊपर करनी है, नीचे दी गुणा नीचे करनी है। ठीक है, और जे किते कैंसल हुंदा होवे तो आप रकमां नूं कैंसल करना है। मतलब जिवें आ 4 है और 8 है, दोनों ही जिस संख्यावां ईवन नंबर्स ने 2 नाल या 4 दे नाल डिवाइड हो जाणगे, तो जिथे डिवीजन है उत्थे डिवीजन कर दो, नहीं तो सीधी सीधी एरो लगा के तुसी मल्टीप्लाई इन्हां नूं कर लो। पहला लिख लो इस तरीके नाल। देखो किवें करां क्वेश्चन नूं सॉल्व आपां। -5 × 4 और 8 × 3। ठीक है, 4 और 8 जिहड़े हैं 4 और 8 इन्हां दोनों नूं आपां इक्को पहाड़े पर कट सकते हैं, कैंसल कर सकते हैं। तो तुसी 4 का टेबल पढ़ो, 4 1 = 4, 4 2 = 8। हुण रकमां की बच गईयां -5 × 1, 2 × 3 -5/6। इदा उल्ट
ਗੁਣਾਤਮਕ ਉਲਟਾ ਮਲਟੀਪਲੀਕੇਟਿਵ ਇਨਵਰਸ ਕੀ ਹੋਏਗਾ -6/5 ਤੇ ਇਹ ਆਨਸਰ। ਨੈਕਸਟ ਕੁਐਸਚਨ ਜਿਹੜਾ ਹੈ ਉਹ ਡਿਵੀਜ਼ਨ ਦਾ ਕੁਐਸਚਨ ਹੈ ਬੇਟੇ। -16/21 ਨੂੰ -4/9 ਨਾਲ ਡਿਵਾਈਡ ਕਰੋ। ਡਿਵਾਈਡ -16/21 ਬਾਏ -4/9। ਠੀਕ ਹੈ, ਤਾਂ ਹੁਣ ਇੱਥੇ ਆਪਾਂ ਕੀ ਕਰਨਾ ਹੁੰਦਾ, ਜਿਹੜਾ ਡਿਵੀਜ਼ਨ ਦੀ ਰਕਮ ਹੈ ਉਹਨੂੰ ਆਪਾਂ ਕਾਹਦੇ ਵਿੱਚ ਬਦਲਦੇ ਹੁੰਦੇ ਆ, ਗੁਣਾ ਦੇ ਵਿੱਚ। ਔਰ ਜਿਹੜਾ ਬਾਅਦ ਵਾਲਾ ਆਪਣੀ ਰਕਮ ਹੈਗੀ ਹੈ ਸੈਕਿੰਡ ਨੰਬਰ ਹੈ, ਉਹਨੂੰ ਆਪਾਂ ਕੀ ਕਰਦੇ ਹਾਂ, ਉਲਟਾਉਂਦੇ ਹਾਂ, ਉਹਦਾ ਮਲਟੀਪਲੀਕੇਟਿਵ ਇਨਵਰਸ ਤਾਂ ਇਹਦਾ ਉਲਟ ਲਿਖਣਾ ਹੈ ਔਰ ਇੱਥੇ ਗੁਣਾ ਬਣਾਉਣੀ ਹੈ। ਤਾਂ ਕੀ ਬਣੇਗਾ ਆਪਣੇ ਕੋਲ ਕੁਐਸਚਨ -16/21 ਮਲਟੀਪਲੀਕੇਸ਼ਨ ਔਰ 9/4 ਮਾਈਨਸ ਦਾ 9/4। ਠੀਕ ਹੈ, ਹੁਣ ਇਸ ਪਹਿਲੇ ਵਾਲਾ ਕੁਐਸਚਨ ਵਾਂਗੂ ਹੀ ਬਣ ਗਿਆ ਨਾ, ਗੁਣਾ ਦਾ ਕੁਐਸਚਨ ਹੀ ਬਣ ਗਿਆ, ਮਲਟੀਪਲੀਕੇਸ਼ਨ ਦਾ ਕੁਐਸਚਨ ਹੀ ਬਣ ਗਿਆ। ਉੱਪਰ ਦੇ ਉੱਪਰ ਗੁਣਾ ਕਰ ਦੋ, ਨੀਚੇ ਦੀ ਨੀਚੇ ਗੁਣਾ ਕਰ ਦੋ। ਤਾਂ ਪਹਿਲਾਂ ਇਹਨੂੰ ਪਹਿਲਾਂ ਲਿਖ ਲਓ ਗੁਣਾ ਦੇ ਵਿੱਚ, -16 ਮਲਟੀਪਲਾਈਡ ਬਾਈ -9/21 ਮਲਟੀਪਲਾਈਡ ਬਾਈ 4। ਦੋ ਮਾਈਨਸ ਪਹਿਲਾਂ ਤਾਂ ਪਲੱਸ ਬਣਨਗੇ, ਪਹਿਲੀ ਗੱਲ ਤਾਂ ਇਹ ਹੋਏਗੀ। ਠੀਕ ਹੈ, ਹੁਣ ਦੇਖੋ कि 4 और 16 4 एंड 16 सेम टेबल पर आते हैं, 4 पर दोनों ही जिस संख्या में कैंसल होणगियां। उधरों 9 और 21 दोनों ही 3 के पहाड़े पर आते हैं, तो ये भी कैंसल हो सकते हैं। तो पहला इन्हू आपां छोटा करांगे, हल करांगे। 4 एकम 4 आ गया, 4 4 जा 16 ये आ गया। फिर 3 का पहाड़ा कर लो, 3 3 जा 9 और 3 7 जा 21। तो की बन गया 4 गुणा 3 और 7 गुणा 1। और आ ਜਿਹੜੇ दो माइनस सी ना बेटा अपने को आ वाला और आ वाला माइनस, ये दो माइनस मल्टीप्लाई होके की बन गया अपने को प्लस बन गया। हुण इत्थे होर रिड्यूस नहीं हो सकता, तो इसका आंसर की आ जाएगा 12/7। एक ए वाला क्वेश्चन बेटा आंदा हुंदा, दो परमे संख्यावां दा गुणनफल -8/9 है। ठीक है, उन्हां विचों एक -2/5 है, तां दूजी संख्या पता करो। असल दे विच आह क्वेश्चन जो लिखिया होया है वो आ वाले क्वेश्चन है, आपका क्वेश्चन डिवाइड का ही है। -3/4 नूं किहड़ी परमे संख्या गुणा किया जाए, गुणनफल 15/16 आ जाए। ये भी क्वेश्चन करता है डिवाइड का भी, आ भी डिवाइड का ही है। गुणनफल जिहड़ा प्रोडक्ट है उन्होंने डिवाइड करना आपां गिवन नंबर दे नाल। 5th क्वेश्चन इंग्लिश विच आपां की लिखांगे, द प्रोडक्ट ऑफ टू रैशनल नंबर्स इज -8/9। If one of the numbers is -2/5, find the second number. Second number की होएगा मेरे को, जिहड़ा प्रोडक्ट है वो वड्डा होएगा ना, ਉਹਨੂੰ डिवाइड करना है दूसरे गिवन नंबर दे नाल। सिंपल, बहुत ही। हुण दसो ये क्वेश्चन ਇਹਦੇ ਵਾਂਗੂ ਹੀ ਬਣ ਗਿਆ ਨਾ, ਆ ਵਾਲੇ गिवन क्वेश्चन वांगू ही बन गया। बस ਉਹਨੇ डिवीजन ਵਿੱਚ आप देने ਦੀ बजाय ਤੁਹਾਨੂੰ कहता है कि डिवाइड कर लो। ठीक है, ਆਪਾਂ कर लेंगे। ਤਾਂ ਕੀ ਕਰਾਂਗੇ, ਜਿਹੜਾ डिवीजन है ਉਹਨੂੰ ਕੀ ਬਣਾਵਾਂਗੇ ਆਪਾਂ, मल्टीप्लिकेशन। दूजी रकम ਦਾ ਕੀ ਕਰਾਂਗੇ ਆਪਾਂ, उल्ट कर देंगे, उल्ट क्रम लिख देंगे, रेसिप्रोकल लिख लेंगे। तो आ गया -8/9 मल्टीप्लाइड बाय -5/2। ओके, हुण देखो 2 और -8 ये दोनों इको ही टेबल पर कैंसल हो जाते, इन्होंने आप कैंसल कर लेना। 2 1 जा 2, 2 4 जा 8, दो माइनस जुड़ के की बन गया अपने को प्लस बन गए। तो आंसर की आ गया 4 मल्टीप्लाइड बाय 5/9 मल्टीप्लाइड बाय 1, यानी कि 20/9 इसका आंसर आ गया। नेक्स्ट बेटा दे नाल दा ही है, -3/4 की किहड़ी संख्या परमे संख्या नाल गुणा करिए कि गुणनफल 15/16 आ जाए। आ क्वेश्चन दे विच बेटा आप गल का ध्यान रखना, भी गुणनफल के बारे पता करना है भी गुणनफल किहड़ा है। गुणनफल नूं ही आपां क्योंकि फिर गुणनफल नूं क्योंकि आपां डिवाइड करना है दूसरी संख्या दे नाल। ठीक है, तो ये भी क्वेश्चन वेख लेंदे हैं। गुणनफल 15/16 है और जी दूसरी रकम है अपने कोल वो हैगी है -3/4। तो क्वेश्चन बन जाएगा 15/16 मल्टीप्लाइड बाय 4/-3। ठीक है, ये कैंसल हो गया, इधरों 4 1 जा 4 4 4 जा 16 आ गया। ये आ गया -5/4 आंसर।
ਨੈਕਸਟ ਚੈਪਟਰ ਜਿਹੜਾ 2 ਮਾਰਕਸ ਦੇ ਕੁਐਸਚਨ ਵਿੱਚ ਕਵਰ ਹੋਏਗਾ ਵਰਗ ਅਤੇ ਵਰਗਮੂਲ, ਸਕੁਆਇਰ ਅਤੇ ਸਕੁਆਇਰ ਰੂਟਸ ਦਾ ਚੈਪਟਰ ਹੋਏਗਾ। ਉਹਦੇ ਵਿੱਚ ਆਪਾਂ ਕੁਝ ਇੰਪੋਰਟੈਂਟ ਕੁਐਸਚਨਸ ਦੇਖ ਲੈਂਦੇ ਹਾਂ। ਪਹਿਲਾ ਹੈਗਾ ਬੇਟਾ ਅਭਾਜ ਗੁਣਨਖੰਡ ਵਿਧੀ ਦਾ ਪ੍ਰਯੋਗ ਕਰਕੇ 3600 ਦਾ ਵਰਗਮੂਲ ਪਤਾ ਕਰੋ। ਵਰਗਮੂਲ ਜਾਂ ਸਕੁਆਇਰ ਰੂਟ ਨੂੰ ਫਾਈਂਡ ਆਊਟ ਕਰਨ ਦੇ ਆਪਣੇ ਕੋਲ 3 ਮੈਥਡਸ ਹੈਗੇ ਨੇ। ਪਹਿਲਾ ਜਿਹੜਾ ਮੈਥਡ ਹੈਗਾ ਹੈ ਫਰਸਟ ਜਿਹੜਾ ਮੈਥਡ ਹੈ ਉਹ ਸਬਟ੍ਰੈਕਸ਼ਨ ਮੈਥਡ ਹੈ, ਘਟਾਓ ਵਿਧੀ ਹੈ, ਠੀਕ ਹੈ। ਦੂਸਰਾ ਜਿਹੜਾ ਆਪਣੇ ਕੋਲ ਪ੍ਰਾਈਮ ਫੈਕਟਰਾਈਜ਼ੇਸ਼ਨ ਮੈਥਡ ਹੈ, ਯਾਨੀ ਕਿ ਅਭਾਜ ਗੁਣਨਖੰਡ ਵਿਧੀ, ਜਿਹਦੇ ਵਿੱਚ ਆਪਾਂ ਅਭਾਜ ਗੁਣਨਖੰਡ ਬਣਾਉਂਦੇ ਹਾਂ, ਹੈ ਨਾ। ਔਰ ਤੀਸਰਾ ਜਿਹੜਾ ਹੈਗਾ ਹੈ ਉਹ ਹੈ ਡਿਵੀਜ਼ਨ ਮੈਥਡ, ਯਾਨੀ ਕਿ ਵੰਡ ਵਿਧੀ। ਤਾਂ ਵਿਧੀਆਂ ਆਪਾਂ ਨੂੰ ਤਿੰਨੇ ਪਤਾ ਹੋਣੇ ਚਾਹੀਦੀਆਂ ਨੇ, ਕਿਉਂਕਿ ਕੁਐਸਚਨ ਦੇ ਵਿੱਚ ਜਿਹੜਾ ਹੈ ਉਹ ਵਿਧੀ ਮੈਂਸ਼ਨ ਹੋ ਜਾਂਦੀ ਹੈ। ਪ੍ਰੀ ਬੋਰਡ ਦੇ ਪੇਪਰ ਦੇ ਵਿੱਚ ਵੀ ਆਪਣੇ ਕੋਲ ਵਿਧੀ ਮੈਂਸ਼ਨ ਸੀਗੀ। ਤਾਂ ਆਪਾਂ ਤਿੰਨਾਂ ਦੇ ਇੱਕ ਇੱਕ ਇੰਪੋਰਟੈਂਟ ਕੁਐਸਚਨ ਦੇਖ ਲੈਂਦੇ ਹਾਂ। ਪਹਿਲਾ ਕੁਐਸਚਨ ਜੋ ਆਪਣੇ ਕੋਲ ਹੈਗਾ ਹੈ ਉਹ ਹੈ 3600 ਦਾ 3600 ਦਾ ਸਕੁਆਇਰ ਰੂਟ ਫਾਈਂਡ ਆਊਟ ਕਰਨਾ ਹੈ। ਔਰ ਕਿਹੜੀ ਮੈਥਡ ਦੇ ਨਾਲ? ਪ੍ਰਾਈਮ ਫੈਕਟਰਾਈਜ਼ੇਸ਼ਨ ਮੈਥਡ ਦੇ ਨਾਲ, ਅਭਾਜ ਗੁਣਨਖੰਡ ਵਿਧੀ ਦੇ ਨਾਲ, ਠੀਕ ਹੈ। ਤਾਂ ਤੁਸੀਂ ਪ੍ਰਾਈਮ ਫੈਕਟਰਸ 2 3 5 7 ਐਂਡ ਸੋ ਔਨ, ਇਹਦੇ ਨਾਲ ਆਪਾਂ ਇਹਨੂੰ ਬਾਰ-ਬਾਰ ਡਿਵਾਈਡ ਕਰਾਂਗੇ। ਇੱਕ ਬੇਟਾ ਜਦੋਂ ਆਪਣੇ ਕੋਲ 0 ਵਾਲੀ ਸੰਖਿਆ ਆ ਜਾਂਦੀ ਹੈ ਤਾਂ ਤੁਸੀਂ ਉਹਦੇ ਵਿੱਚ ਨਾ ਉਹਨੂੰ ਅਲੱਗ-ਅਲੱਗ ਕਰ ਲਿਆ ਕਰੋ। 36 ਗੁਣਾ 100 ਲਿਖ ਲਓ ਇੱਥੇ, ਠੀਕ ਹੈ। ਹੁਣ ਤੁਸੀਂ 36 ਦੇ ਗੁਣਨਖੰਡ ਬਣਾਓ ਸਿਰਫ, ਤਾਂ 2 ਇੱਥੇ ਆ ਗਿਆ 18, ਫਿਰ 2 ਆ ਗਿਆ 9, ਫਿਰ 3 ਆ ਗਿਆ 3 3 9, ਆਹ 36 ਦੇ ਆਪਣੇ ਕੋਲ ਗੁਣਨਖੰਡ ਬਣ ਗਏ। ਹੁਣ ਇੱਥੇ ਤੁਸੀਂ ਇਹਨੂੰ ਲਿਖ ਲਓ 2 ਗੁਣਾ 2 ਗੁਣਾ 3 ਗੁਣਾ 3। ਹੁਣ ਜਿਹੜਾ 100 ਹੈ ਤੁਹਾਨੂੰ ਪਤਾ ਹੈ ਉਹਦੇ 2 ਗੁਣਨਖੰਡ ਬਣਦੇ ਨੇ 10 ਗੁਣਾ 10, ਪਰ ਤੁਸੀਂ ਅਭਾਜ ਗੁਣਨਖੰਡ ਬਣਾਉਣੇ ਨੇ ਨਾ, ਤੇ ਇਹਨੂੰ ਵੀ ਤੁਸੀਂ ਅਭਾਜ ਦੇ ਵਿੱਚ ਤੋੜ ਲਓ। ਜਾਂ ਆਪਾਂ ਨੂੰ 2 ਦਾ ਤਾਂ 10 ਦਾ ਤਾਂ ਪਤਾ ਹੀ ਹੈ ਨਾ, 2 ਗੁਣਾ 5 ਆਉਂਦਾ, ਤਾਂ ਲਿਖ ਲਓ ਉਹਨੂੰ। ਇਹਨੂੰ ਇੱਥੇ ਅਭਾਜ ਗੁਣਨਖੰਡ ਵਿਧੀ ਬਣਾਉਣ ਨਾਲ ਇਹ ਮੈਥਡ ਲੰਬਾ ਹੋ ਜਾਂਦਾ, ਇਸ ਲਈ ਆਹ ਸ਼ਾਰਟਕਟ ਮੈਥਡ ਹੈ ਬਸ। ਜਿਹੜਾ 10 ਗੁਣਾ 10 ਲਿਖ ਲਓ, ਫਿਰ 10 ਨੂੰ 2 ਗੁਣਾ 5 2 ਗੁਣਾ 5 ਲਿਖ ਲਓ, ਬਸ ਸਿੰਪਲ ਗੱਲ ਯਾਦ ਰੱਖੋ। ਹੁਣ ਦੋਨੋਂ ਪਾਸੇ ਲੈ ਲਓ ਵਰਗਮੂਲ, ਤਾਂ 3600 ਦਾ ਵਰਗਮੂਲ, ਔਰ ਆਪਾਂ ਇਹਦੇ ਬਣਾਉਣੇ ਨੇ ਹੁਣ ਪੇਅਰਸ ਬਣਾਉਣੇ ਨੇ। ਆ ਇੱਕ ਪੇਅਰ ਬਣ ਗਿਆ, ਆ ਇੱਕ ਪੇਅਰ ਬਣ ਗਿਆ, ਇੱਕ ਪੇਅਰ ਆ ਪਿਆ ਹੀ ਹੋਇਆ 2 ਗੁਣਾ 5 2 ਗੁਣਾ 5। ਤਾਂ ਤੁਸੀਂ ਕਰਨਾ 2 ਗੁਣਾ 3 ਗੁਣਾ ਸਿੱਧਾ ਲਿਖੋ ਇੱਥੇ 10, ਤਾਂ ਆਨਸਰ ਕਿੰਨਾ ਆ ਗਿਆ ਮੇਰੇ ਕੋਲ 60, ਸਿੰਪਲ, ਠੀਕ ਹੈ। ਜਿਹੜਾ 0 ਵਾਲਾ ਪਾਰਟ ਹੈ ਉਹਨੂੰ ਤੁਸੀਂ ਪਹਿਲਾਂ 100 ਲਿਖ ਲਓ, 100 ਨੂੰ ਲਿਖ ਲਓ 10 ਗੁਣਾ 10, 10 ਨੂੰ 2 ਗੁਣਾ 5 ਵਿੱਚ ਵੰਡ ਲਓ, ਤਾਂ ਕਿ ਤੁਹਾਡਾ ਇੱਧਰ ਜਿਹੜਾ ਟਾਈਮ ਹੈ ਉਹ ਬਚ ਜਾਵੇ। ਨੈਕਸਟ ਕੁਐਸਚਨ ਇਹਦੇ ਵਿੱਚ ਬੇਟਾ ਜਿਹੜਾ ਹੈਗਾ ਹੈ ਉਹ ਦੂਸਰੀ ਵਿਧੀ ਹੈ। ਦੂਸਰਾ ਆਪਣੇ ਕੋਲ ਇਹਦੇ ਵਿੱਚ ਕੁਐਸਚਨ ਹੈ ਕਿ 121 ਦਾ ਵਰਗਮੂਲ ਪਤਾ ਕਰੋ। 121 ਦਾ ਵਰਗਮੂਲ ਪਤਾ ਕਰਨਾ ਹੈ, ਲੇਕਿਨ ਕਿਹੜੀ ਮੈਥਡ ਲਗਾਣੀ ਹੈ ਆਪਾਂ? ਸਬਟ੍ਰੈਕਸ਼ਨ ਮੈਥਡ ਲਗਾਣਾ ਹੈ, ਯਾਨੀ ਕਿ ਘਟਾਓ ਵਿਧੀ ਲਗਾਣੀ ਹੈ। ਓਕੇ, ਘਟਾਓ ਵਿਧੀ ਦੇ ਨਾਲ। ਹੁਣ ਘਟਾਓ ਵਿਧੀ ਦੇ ਨਾਲ ਕੀ ਹੈ? ਜਿਹੜੇ ਤੁਹਾਡੇ ਕੋਲ ਟਾਂਕ ਸੰਖਿਆਵਾਂ ਨੇ, ਯਾਨੀ ਕਿ ਔਡ ਨੰਬਰਸ ਨੇ, ਉਹਨਾਂ ਨੂੰ ਆਪਾਂ ਬਾਰੀ-ਬਾਰੀ ਮਾਈਨਸ ਕਰਨਾ। 1 3 5 7 9 ਐਂਡ ਸੋ ਔਨ। ਇੱਥੇ ਕੀ ਲਏ ਸੀ ਆਪਾਂ? ਅਭਾਜ ਪ੍ਰਾਈਮ ਨੰਬਰਸ ਲਏ ਸੀਗੇ। ਚਲੋ 121 ਨੂੰ ਆਪਾਂ ਕਰਦੇ ਹਾਂ ਮਾਈਨਸ, ਪਹਿਲਾਂ 1 ਕੀਤਾ, ਆਨਸਰ ਕਿੰਨਾ ਆ ਗਿਆ 120, ਠੀਕ ਹੈ। ਫਿਰ ਆਪਾਂ 120 ਦੇ ਵਿੱਚੋਂ ਹੁਣ ਕਿੰਨਾ ਮਾਈਨਸ ਕਰਾਂਗੇ? ਹੁਣ ਆਪਾਂ ਮਾਈਨਸ ਕਰਾਂਗੇ 3, ਠੀਕ ਹੈ। ਤਾਂ ਫਿਰ ਆਨਸਰ ਕਿੰਨਾ ਆ ਗਿਆ ਮੇਰੇ ਕੋਲ 117। ਹੁਣ 117 ਦੇ ਵਿੱਚੋਂ ਕਿੰਨਾ ਮਾਈਨਸ ਕਰਾਂਗੇ? 5, ਠੀਕ। ਕਿੰਨਾ ਆ ਗਿਆ ਮੇਰੇ ਕੋਲ ਆਨਸਰ? 112। ਹੁਣ 112 ਦੇ ਵਿੱਚੋਂ ਕਿੰਨਾ ਮਾਈਨਸ ਕਰਾਂਗੇ? 7, ਠੀਕ। ਆਨਸਰ ਆ ਗਿਆ 105। 105 ਵਿੱਚੋਂ ਕਿੰਨਾ ਮਾਈਨਸ ਕਰਾਂਗੇ ਆਪਾਂ? 9। ਆਨਸਰ ਕਿੰਨਾ ਆ ਗਿਆ? ਆਨਸਰ ਆ ਗਿਆ ਮੇਰੇ ਕੋਲ 96। ਹੁਣ 96 ਵਿੱਚੋਂ ਕੀ ਮਾਈਨਸ ਕਰਾਂਗੇ? 11, ਠੀਕ ਹੈ। ਆਨਸਰ ਆ ਗਿਆ ਮੇਰੇ ਕੋਲ 85। 85 ਵਿੱਚੋਂ ਕੀ ਕਰਾਂਗੇ ਮਾਈਨਸ? ਹੁਣ 13,
13 ਕੀਤੇ ਤਾਂ ਆਨਸਰ ਕਿੰਨਾ ਆ ਗਿਆ 2 ਤੇ ਆ ਗਿਆ 7। ਹੁਣ 72 ਵਿੱਚੋਂ ਕੀ ਮਾਈਨਸ ਕਰਾਂਗੇ ਆਪਾਂ 15 -15 ਕਰਤੇ। ਠੀਕ ਹੈ, ਆਨਸਰ ਕਿੰਨਾ ਆ ਗਿਆ 12 ਵਿੱਚੋਂ 5 ਗਏ ਤਾਂ ਆ ਗਿਆ 7 ਤੇ ਇਧਰੋਂ 6 ਵਿੱਚੋਂ 1 ਗਏ ਤਾਂ ਕਿੰਨਾ ਆ ਗਿਆ 5। 57 ਵਿੱਚੋਂ ਮਾਈਨਸ ਕਰੋ 17 ਤਾਂ ਆਨਸਰ ਆ ਗਿਆ 40। 40 ਵਿੱਚੋਂ ਮਾਈਨਸ ਕਰੋ 19 ਮਾਈਨਸ ਕੀਤੇ ਤਾਂ ਆਨਸਰ ਕਿੰਨਾ ਆ ਗਿਆ 10 ਵਿੱਚੋਂ 1 ਗਏ ਔਰ ਇੱਥੇ 3 ਵਿੱਚੋਂ 1 ਗਏ 21। ਠੀਕ ਹੈ, ਤੇ 21 ਵਿੱਚੋਂ ਆਪਾਂ ਕਿੰਨਾ ਮਾਈਨਸ ਕਰਨਾ ਹੈ 21 ਤਾਂ ਆਨਸਰ ਕਿੰਨਾ ਆ ਗਿਆ ਮੇਰੇ ਕੋਲ 0। ਆ ਜਦੋਂ 0 ਆ ਜਾਵੇ ਤਾਂ ਆਪਣੀ ਘਟਾਓ ਵਿਧੀ ਕੀ ਹੋਗੀ ਆਪਣੇ ਕੋਲ ਇੱਥੇ ਖਤਮ। ਹੁਣ ਤੁਸੀਂ ਕਾਊਂਟ ਕਰੋ ਕਿ ਇਹ ਕਿੰਨੀ ਵਾਰੀ ਤੁਸੀਂ ਮਾਈਨਸ ਕੀਤਾ 1 2 3 4 5 6 7 8 9 10 11 ਵਾਰੀ 11 ਵਾਰੀ ਘਟਾਓ ਕਰਨ ਤੇ 0 ਪ੍ਰਾਪਤ ਹੁੰਦਾ ਹੈ। We get 0 on subtracting 11 times। ਠੀਕ ਹੈ, ਇਸ ਲਈ 121 ਦਾ ਵਰਗਮੂਲ ਕਿੰਨਾ ਹੈ ਆਪਣੇ ਕੋਲ 11। ਇਹ ਸੀ ਘਟਾਓ ਵਿਧੀ, ਸਿੰਪਲ ਹੈ। ਹੁਣ ਆਪਾਂ ਨੈਕਸਟ ਕੁਐਸਚਨ ਚੱਲਦੇ ਹਾਂ। ਵੰਡ ਵਿਧੀ ਦੇ ਰਾਹੀਂ 9 to 16 ਦਾ ਵਰਗਮੂਲ ਪ੍ਰਾਪਤ ਕਰੋ। ਸਕੁਆਇਰ ਰੂਟ ਆਫ 9 to 16 ਬਾਈ ਡਿਵੀਜ਼ਨ ਮੈਥਡ। ਆਪਾਂ ਲਗਾਣਾ ਡਿਵੀਜ਼ਨ ਮੈਥਡ। ਡਿਵੀਜ਼ਨ ਮੈਥਡ ਦੇ ਵਿੱਚ ਬੇਟਾ ਆਪਾਂ ਕੀ ਕਰਦੇ ਹਾਂ, ਇੱਧਰਲੇ ਪਾਸੋਂ ਜੋੜੇ ਬਣਾ ਲੈਂਦੇ ਹਾਂ। ਪਹਿਲਾ ਸਟੈਪ ਤਾਂ ਇਹ ਹੁੰਦਾ ਹੈ ਵੀ ਪੇਅਰਸ ਬਣਾ ਲਓ। ਠੀਕ ਹੈ, ਪਹਿਲਾ ਸਟੈਪ ਕੀ ਬਣਾ ਲਿਆ ਪੇਅਰਸ। ਉਸ ਤੋਂ ਬਾਅਦ ਕੀ ਕਰੋ ਸਕੁਆਇਰ ਦਾ ਟੇਬਲ। ਸਕੁਆਇਰ ਦਾ ਟੇਬਲ ਆਪਾਂ ਇੱਥੇ ਸਾਈਡ ਵਿੱਚ ਲਿਖ ਲਓ 1 4 ਫਿਰ 9 16 25 36 ਐਂਡ ਸੋ on। ਠੀਕ ਹੈ, ਤਾਂ ਪਹਿਲਾ 92 ਹੈ ਹੁਣ ਆਪਣੇ ਕੋਲ। ਓਕੇ, 36 ਤੋਂ ਬਾਅਦ 49 ਫਿਰ ਆ ਗਿਆ 64 72 80 ਸਿੰਪਲ। ਹੁਣ ਦੇਖੋ 92 ਤੋਂ ਛੋਟਾ ਕਿਹੜਾ ਆ ਗਿਆ ਇਹਦੇ ਵਿੱਚੋਂ 81 ਹੈਗਾ, ਤਾਂ 81 ਕਿਹਦਾ ਸਕੁਆਇਰ ਹੈ 9 ਦਾ ਸਕੁਆਇਰ ਹੈ। ਠੀਕ ਹੈ, ਤੇ ਆਪਾਂ ਕਿਹਦੇ ਪਰ ਚਲਾਵਾਂਗੇ ਇੱਥੇ 9 ਪਰ ਇਹਨੂੰ ਚਲਾਵਾਂਗੇ। 9 ਇੱਥੇ ਆ ਗਿਆ। ਠੀਕ ਹੈ, ਔਰ 9 ਹੀ ਇੱਥੇ ਆ ਗਿਆ। 9 9 ਦਾ ਕੀ ਆ ਗਿਆ 81। ਫਿਰ ਤੁਸੀਂ ਸਿੰਪਲ ਜਿਵੇਂ ਡਿਵੀਜ਼ਨ ਵਿੱਚ ਮਾਈਨਸ ਕਰਦੇ ਹੋ ਮਾਈਨਸ ਕਰਤੇ 2 ਵਿੱਚ 1 ਗਿਆ 1 9 ਵਿੱਚੋਂ 8 ਗਿਆ 1 ਇਹ ਆ ਗਿਆ। ਚਲੋ ਹੁਣ ਅਗਲਾ ਸਟੈਪ ਕੀ ਹੁੰਦਾ ਹੈ 9 ਨੂੰ ਆਪਾਂ ਜਿਹੜਾ ਉੱਪਰ ਰਕਮ ਲਿਖਿਆ ਉਹਨੂੰ ਕਿਹਦੇ ਨਾਲ 2 ਨਾਲ ਗੁਣਾ ਕਰਕੇ ਇੱਥੇ ਅਗਲੀ ਰਕਮ ਬਣਾਈ ਦੀ ਹੈ 118। ਠੀਕ, ਹੁਣ ਆਪਾਂ ਇਹਨੂੰ ਨੀਚੇ ਉਤਾਰਾਂਗੇ ਅਗਲੇ ਪੇਅਰ ਨੂੰ। ਠੀਕ ਹੈ, ਡਿਵੀਜ਼ਨ ਵਿੱਚ ਆਪਾਂ ਸਿੰਗਲ ਨੰਬਰ ਉਤਾਰਦੇ ਹਾਂ, ਪਰ ਆ ਜਿਹੜਾ ਸਕੁਆਇਰ ਰੂਟ ਦਾ ਡਿਵੀਜ਼ਨ ਮੈਥਡ ਹੈ ਇਸ ਦਾ ਆਪਾਂ ਡਬਲ ਨੰਬਰ ਉਤਾਰਦੇ ਹਾਂ, ਯਾਨੀ ਕਿ ਆਪਾਂ 16 ਨੂੰ ਥੱਲੇ ਤਾਰਿਆ ਤਾਂ ਇਹ ਆ ਗਿਆ। ਹੁਣ ਦੇਖੋ ਪਿੱਛੇ ਆਪਣੇ ਕੋਲ ਇਕਾਈ ਦੀ ਰਕਮ ਯੂਨਿਟ ਡਿਜਿਟ ਹੈਗੀ 6 ਤਾਂ 6 ਕਿੱਥੇ ਕਿੱਥੇ ਆ ਸਕਦਾ ਜਾਂ ਤਾਂ 4 4 ਦਾ 16 ਜਾਂ 6 6 ਦਾ 36। ਹੁਣ 18 ਦੇ ਨਾਲ ਤੁਸੀਂ ਜਾਂ ਤਾਂ 4 ਲਗਾ ਕੇ ਦੇਖੋ ਗੁਣਾ ਕਰਕੇ, ਜਾਂ ਆਪਾਂ 18 ਦੇ ਨਾਲ 6 ਨਾਲ ਮਲਟੀਪਲਾਈ ਕਰਕੇ ਚੈੱਕ ਕਰ ਲਈ। 6 6 ਦਾ 36 6 ਕੈਰੀ ਓਵਰ 3 ਆ ਗਿਆ 8 6 ਦਾ 48 51 ਆ ਗਿਆ 51 5 6 1 ਦਾ 6 ਪਲੱਸ 5 11 ਇਹ ਤਾਂ ਪੂਰਾ ਆ ਗਿਆ ਬੇਟੇ। ਤੇ ਆ ਆਪਣਾ ਕੁਐਸਚਨ ਹੋ ਗਿਆ ਹੱਲ। ਇੱਥੇ ਵੀ ਆ ਗਿਆ 6 ਔਰ ਇੱਥੇ ਵੀ ਆ ਗਿਆ 6 ਤਾਂ ਆਪਣੇ ਕੋਲ 9 to 16 ਦਾ ਵਰਗਮੂਲ ਬਰਾਬਰ ਆ ਗਿਆ 96। ਇਹ ਕੁਐਸਚਨ ਅਭਾਜ ਗੁਣਨ ਗਣਤ ਵਿਧੀ ਨਾਲੋਂ ਸੌਖਾ ਹੈ। ਜੇ ਆਪਣੇ ਕੋਲ ਲਿਖਿਆ ਨਾ ਹੋਵੇ ਨਾ ਵੀ ਆਪਾਂ ਕਾਹਦੇ ਨਾਲ ਹੱਲ ਕਰਨਾ ਤਾਂ ਤੁਹਾਨੂੰ ਵੰਡ ਵਿਧੀ ਡਿਵੀਜ਼ਨ ਮੈਥਡ ਹੀ ਲਗਾਉਣਾ ਚਾਹੀਦਾ ਹੈ। ਨੈਕਸਟ ਕੁਐਸਚਨ ਚੱਲਦੇ ਹਾਂ। ਅਭਾਜ ਗੁਣਨ ਖੰਡ ਵਿਧੀ ਦਾ ਪ੍ਰਯੋਗ ਕਰਕੇ 4096 ਦਾ ਵਰਗਮੂਲ ਪਤਾ ਕਰੋ। ਠੀਕ ਹੈ, ਹੁਣ ਇਹਦੇ ਵਿੱਚ ਦੇਖੋ ਬੇਟਾ ਕੁਐਸਚਨ ਜਿਹੜਾ ਹੈ ਉਹ ਕਈ ਵਾਰ ਸਿੱਧਾ ਵਰਗਮੂਲ ਪਤਾ ਕਰੋ ਦਾ ਆ ਜਾਂਦਾ ਹੈ, ਔਰ ਕਈ ਵਾਰ ਕੁਐਸਚਨ ਆਉਂਦਾ ਹੈ ਵਰਗ ਦਾ ਖੇਤਰਫਲ ਦਿੱਤਾ ਉਹਦੀ ਭੁਜਾ ਪਤਾ ਕਰੋ, ਤਾਂ ਵੀ ਉਹ ਕਾਹਦਾ ਹੀ ਕੁਐਸਚਨ ਹੈ ਆਪਣੇ ਕੋਲ ਵਰਗਮੂਲ ਦਾ ਹੀ ਕੁਐਸਚਨ ਹੈ, ਸਕੁਆਇਰ ਰੂਟ ਦਾ ਹੀ ਕੁਐਸਚਨ ਹੈ। ਠੀਕ ਹੈ, ਤਾਂ ਕਰਦੇ ਹਾਂ ਕੁਐਸਚਨ। ਦਾ ਏਰੀਆ ਆਫ ਅ ਸਕੁਆਇਰ ਦਾ ਵਰਗ ਦਾ ਖੇਤਰਫਲ ਹੈਗਾ ਹੈ 2704 ਮੀਟਰ ਸਕੁਆਇਰ। ਤਾਂ ਇਹਦੀ ਸਾਈਡ ਪਤਾ ਕਰੋ, ਭੁਜਾ ਪਤਾ ਕਰੋ। ਠੀਕ ਹੈ, ਤਾਂ ਏਰੀਆ ਦਾ ਖੇਤਰਫਲ ਕੀ ਹੁੰਦਾ ਹੈ ਆਪਣੇ ਕੋਲ
ਸਕੁਆਇਰ ਦਾ ਖੇਤਰਫਲ ਦਾ ਫਾਰਮੂਲਾ ਸਾਈਡ ਗੁਣਾ ਸਾਈਡ, ਭੁਜਾ ਗੁਣਾ ਭੁਜਾ, ਤਾਂ ਆਪਣੇ ਕੋਲ ਭੁਜਾ ਕਿਹਦੇ ਬਰਾਬਰ ਆ ਗਈ 2704 ਦਾ ਵਰਗਮੂਲ। ਤੁਸੀਂ ਸਿੱਧਾ ਵਰਗਮੂਲ ਕੱਢ ਦੋ ਤਾਂ ਵੀ ਆਪਣੇ ਕੋਲ ਆਨਸਰ ਸਹੀ ਆਏਗਾ। ਜੇ ਚੋਇਸ ਹੈ ਤਾਂ ਕਿਹੜਾ ਮੈਥਡ ਲਗਾਉਣਾ ਹੈ, ਡਿਵੀਜ਼ਨ ਮੈਥਡ, ਤੁਹਾਡੀ ਮਰਜ਼ੀ ਹੈ, ਲੇਕਿਨ ਤੁਸੀਂ ਜਿਹੜਾ ਮਰਜ਼ੀ ਮੈਥਡ ਲਗਾ ਲਓ, ਪ੍ਰਾਈਮ ਫੈਕਟਰਾਈਜੇਸ਼ਨ ਲਗਾ ਲਓ ਚਾਹੇ। ਮੈਨੂੰ ਡਿਵੀਜ਼ਨ ਮੈਥਡ ਸੌਖਾ ਲੱਗਦਾ ਹੈ। ਆ ਆਪਾਂ ਇੱਥੇ ਬਣਾ ਲਿਆ ਦੇ ਪੇਅਰਸ, ਇੱਥੇ 5 5 25 ਲਗਾਇਆ, 25 ਮਾਈਨਸ ਕਰਕੇ ਆ ਗਿਆ 2, 04 ਆ ਗਿਆ ਨੀਚੇ, ਇਹਨੂੰ ਕੀਤੀ 2 ਨਾਲ ਗੁਣਾ, ਤੇ ਇੱਥੇ ਕਿੰਨਾ ਆ ਜਾਏਗਾ ਮੇਰੇ ਕੋਲ 10। ਠੀਕ ਹੈ, 4 ਹੁਣ ਦੇਖੋ ਮਗਰਲੇ ਪਾਸੇ ਈਵਨ ਨੰਬਰ 4 ਕਿੱਥੇ ਆ ਰਿਹਾ ਹੈ, ਇੱਕ ਆ ਰਿਹਾ 2 ਪਰ, ਇੱਕ ਆ ਰਿਹਾ ਹੈ 8 ਪਰ। ਠੀਕ ਹੈ ਨਾ, 2 2 4 ਔਰ 8 8 64। ਤਾਂ ਪਹਿਲਾਂ ਆਪਾਂ 2 ਨਾਲ ਮਲਟੀਪਲਾਈ ਕਰਕੇ ਦੇਖਦੇ ਹਾਂ। 102 ਦੇ ਨਾਲ 2 ਲਗਾ ਕੇ ਕੀਤਾ, 2 2 4, 2 0 0, 2 1 2। ਕੁਐਸਚਨ ਆਪਣਾ ਇੱਥੇ ਹੀ ਹੱਲ ਹੋ ਗਿਆ। ਇੱਥੇ ਵੀ 2 ਆ ਗਿਆ, ਇੱਥੇ ਵੀ 2 ਆ ਗਿਆ, 204 ਆ ਗਿਆ, ਮਾਈਨਸ ਕਰਕੇ 0 ਆ ਗਿਆ। ਇਹਦਾ ਮਤਲਬ ਇਹਦਾ ਆਨਸਰ ਕਿੰਨਾ ਹੈ 52 ਮੀਟਰ ਇਹਦੀ ਭੁਜਾ ਹੈ। ਤਾਂ ਇਹ ਸੀ ਬੇਟਾ ਇੰਪੋਰਟੈਂਟ ਕੁਐਸਚਨਸ ਆਪਣੇ 2 ਅੰਕਾਂ ਵਾਲੇ ਵਰਗ ਅਤੇ ਵਰਗਮੂਲ ਦੇ ਵਿੱਚੋਂ। ਹੁਣ ਬੇਟਾ ਆਪਾਂ ਕਿਊਬ ਅਤੇ ਕਿਊਬ ਰੂਟ ਦੇ ਇੰਪੋਰਟੈਂਟ ਕੁਐਸਚਨਸ ਕਰ ਲੈਂਦੇ, ਯਾਨੀ ਕਿ ਘਣ ਅਤੇ ਘਣਮੂਲ। ਇਹਦੇ ਵੀ 2 ਮਾਰਕਸ ਦਾ ਕੁਐਸਚਨ ਆਣਾ ਹੀ ਹੈ। ਤਾਂ ਪਹਿਲਾ ਕੁਐਸਚਨ ਹੈ, ਢੁਕਵੇਂ ਪੈਟਰਨ ਦੀ ਵਰਤੋਂ ਕਰਕੇ 12 ਦੀ ਘਾਤ 3 ਮਾਈਨਸ 11 ਦੀ ਘਾਤ 3 ਦਾ ਮੁੱਲ ਪਤਾ ਕਰੋ। ਕਿ 12 ਕਿਊਬ ਮਾਈਨਸ 11 ਕਿਊਬ। ਠੀਕ ਹੈ, ਇਹਨੂੰ ਆਪਾਂ ਫਾਰਮੂਲੇ ਦੀ ਮਦਦ ਦੇ ਨਾਲ ਸੋਲਵ ਕਰਨਾ ਹੈ, ਤਤਸਮਕ ਦੀ ਹੈਲਪ ਦੇ ਨਾਲ ਸੋਲਵ ਕਰਨਾ ਹੈ। ਯਾਨੀ ਕਿ ਤੁਸੀਂ a ਕਿਊਬ ਮਾਈਨਸ b ਕਿਊਬ ਫਾਈਂਡ ਆਊਟ ਕਰਨਾ ਚਾਹੁੰਦੇ ਹੋ। ਇਹਦਾ ਫਾਰਮੂਲਾ ਹੈ a ਮਾਈਨਸ b a ਸਕੁਆਇਰ ਪਲਸ ab ਪਲਸ b ਸਕੁਆਇਰ। ਠੀਕ ਹੈ, ਆ ਇੱਥੇ ਵਾਲਾ ਨਿਸ਼ਾਨ ਸੇਮ ਰਹੇਗਾ, ਇੱਥੇ ਨਿਸ਼ਾਨ ਜਿਹੜਾ ਪਲਟੇਗਾ, a ਸਕੁਆਇਰ b ਸਕੁਆਇਰ ਪਲਸ ਵਿੱਚ ਹੀ ਆਣਗੇ। ਕੋਲ a ਦੀ ਕੀਮਤ ਕਿਹਦੇ ਬਰਾਬਰ ਹੈ 12 ਔਰ b ਦੀ ਕੀਮਤ ਹੈਗੀ ਹੈ 11 ਦੇ ਬਰਾਬਰ। ਤਾਂ ਦੇਖੋ ਕਿੰਨਾ ਸੌਖਾ ਹੋ ਗਿਆ ਫਾਰਮੂਲਾ ਪੁੱਟ ਕਰਨਾ। 12 ਕਿਊਬ ਮਾਈਨਸ 11 ਕਿਊਬ ਕਿਹਦੇ ਬਰਾਬਰ ਆ ਗਿਆ 12 ਮਾਈਨਸ 11, ਤਾਂ ਇੱਥੇ ਪਹਿਲੇ ਬ੍ਰੈਕਟ 'ਚ ਆ ਗਏ। ਫਿਰ 12 ਦਾ ਸਕੁਆਇਰ ਪਲਸ 12 ਗੁਣਾ 11 ਪਲਸ 11 ਦਾ ਸਕੁਆਇਰ। ਆ ਤਾਂ ਰਕਮ ਮੇਰੇ ਕੋਲ ਕਿੰਨੀ ਬਣ ਗਈ 1 ਬਣ ਗਈ। ਠੀਕ ਹੈ ਨਾ, ਹੁਣ ਇੱਥੇ ਸਿਰਫ ਇਹਨੂੰ ਸਕੁਆਇਰਸ ਨੂੰ ਹੱਲ ਕਰਨਾ ਰਹਿ ਗਿਆ, ਵਰਗਾਂ ਨੂੰ। 12 ਨੂੰ 12 ਨਾਲ ਗੁਣਾ ਕਰਾਂਗੇ 144 ਆ ਗਿਆ। 12 ਨੂੰ 11 ਨਾਲ ਗੁਣਾ ਕਰਾਂਗੇ ਤਾਂ ਕਿੰਨਾ ਆਊਗਾ, ਦੇਖੋ ਇਹਨੂੰ ਕਿੰਨਾ ਸੌਖਾ ਸੋਲਵ ਕਰਨਾ, ਐਵੇਂ ਸੋਲਵ ਕਰ ਲਓ, ਪਲੱਸ ਕਰ ਲਓ, ਤਾਂ ਇਹ ਆ ਗਿਆ 132। 11 ਨੂੰ 11 ਨਾਲ ਗੁਣਾ ਕੀਤਾ 121 ਆ ਗਿਆ, ਪਲੱਸ ਪਲੱਸ ਕਰ ਲਓ ਇਹਨੂੰ, 1 2 ਤੇ 4 7 2 3 5 5 and 4 9 1 2 3 397 ਆਪਣੇ ਕੋਲ ਆ ਗਿਆ ਆਨਸਰ। ਬੇਟਾ ਅਗਰ ਤੁਸੀਂ ਚੈਨਲ ਪਰ ਨਵੇਂ ਹੋ ਤਾਂ ਫਟਾਫਟ ਸਭ ਤੋਂ ਪਹਿਲਾਂ ਸਾਰੇ ਕੰਮ ਛੱਡ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ, ਆਪਣੇ ਫਰੈਂਡਸ ਨੂੰ ਚੈਨਲ ਨੂੰ ਸ਼ੇਅਰ ਕਰੋ ਜਿਹੜੇ ਬੱਚੇ ਅਜੇ ਤੱਕ ਤਿਆਰੀ ਨਹੀਂ ਕਰ ਪਾ ਰਹੇ ਹਨ ਜਾਂ ਟਿਊਸ਼ਨਸ ਅਫੋਰਡ ਨਹੀਂ ਕਰਦੇ ਹੈਗੇ। ਫ੍ਰੀ ਦੇ ਵਿੱਚ ਇੰਨੀ ਵਧੀਆ ਤੁਹਾਡੀ ਤਿਆਰੀ ਹੋ ਰਹੀ ਹੈ, ਤੁਹਾਡੇ ਬਹੁਤ ਅੱਛੇ ਮਾਰਕਸ ਆਣਗੇ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। 9 ਦੀ ਘਾਤ 3 ਨੂੰ ਕ੍ਰਮਵਾਰ ਟਾਂਕ ਪ੍ਰਾਕ੍ਰਿਤਿਕ ਸੰਖਿਆਵਾਂ ਦੇ ਜੋੜ ਦੇ ਵਿੱਚ ਲਿਖੋ। ਕਿਊਬ ਪਹਿਲਾਂ ਆਪਾਂ ਸੋਲਵ ਕਰ ਲਈਏ। 9 ਗੁਣਾ 9 ਗੁਣਾ 9 ਇਹ ਆ ਗਿਆ 729। ਹੁਣ ਇਹਨੂੰ ਆਪਾਂ ਆਡ ਨੰਬਰ ਦੇ ਸਮ ਦੇ ਵਿੱਚ ਲਿਖਣਾ ਹੈ। ਹੁਣ ਆਪਾਂ ਨੂੰ ਫਸਟ ਆਡ ਨੰਬਰ ਪਤਾ ਕਰਨਾ ਪਏਗਾ ਵੀ ਪਹਿਲਾ ਆਡ ਨੰਬਰ, ਪਹਿਲੀ ਟਾਂਕ ਸੰਖਿਆ ਆਪਣੀ ਕਿਹੜੀ ਹੋਵੇਗੀ। ਠੀਕ, ਤਾਂ ਪਹਿਲਾ ਆਡ ਨੰਬਰ ਹੋਏਗਾ ਆਪਣਾ 2k plus 1। ठीक, और the sum of 9 consecutive odd numbers is 9 2k plus 9। ठीक है, ਤਾਂ ਪਹਿਲੇ 9 ਲਗਾਤਾਰ ਟਾਂਕ ਸੰਖਿਆਵਾਂ ਦਾ ਜਿਹੜਾ ਜੋੜਫਲ ਹੋਊਗਾ 9 2k plus 9 ਦੇ ਬਰਾਬਰ ਹੋਗਾ। ਲੇਕਿਨ 9 2k plus 9 ਕਿਹਦੇ ਬਰਾਬਰ ਹੋਇਆ 729 ਦੇ ਬਰਾਬਰ। ਇਹਨੂੰ ਆਪਾਂ ਕੈਂਸਲ ਕਰੀਏ, ਆ ਗਿਆ 81। ਤਾਂ 2k ਬਰਾਬਰ 81 ਮਾਈਨਸ 9 ਯਾਨੀ ਕਿ 72। ਤਾਂ ਕੀ ਆ ਗਿਆ 72 ਬਟੇ 2 ਯਾਨੀ ਕਿ ਆ ਗਿਆ ਮੇਰੇ ਕੋਲ 36। ਤਾਂ k ਤਾਂ 36 ਆ ਗਿਆ। ਹੁਣ ਪਹਿਲਾ ਆਡ ਨੰਬਰ, ਪਹਿਲੀ ਟਾਂਕ ਸੰਖਿਆ ਜਿਹੜੀ ਹੈ ਉਹ ਕਿਹਦੇ ਬਰਾਬਰ ਹੈ 2k plus 1 ਦੇ ਬਰਾਬਰ, ਯਾਨੀ ਕਿ 2 ਗੁਣਾ
36 प्लस 1 72 प्लस 1 यानी कि 73 ਦੇ ਬਰਾਬਰ ਹੈ। ਹੁਣ ਤੁਸੀਂ ਕੀ ਕਰਨਾ ਅਗਲਾ, ਬਸ ਤੁਸੀਂ 9 ਟਾਂਕ ਸੰਖਿਆਵਾਂ ਲਿਖ ਲਓ। ਕਿੱਥੋਂ ਸ਼ੁਰੂ ਕਰਨੀਆਂ ਨੇ ਆਪਾਂ 73 ਤੋਂ, ਯਾਨੀ ਕਿ 73 75 77। ਤਾਂ ਇਹ ਬੇਟਾ ਲਗਾਤਾਰ 73 ਤੋਂ ਲੈ ਕੇ 89 ਤੱਕ ਆਪਣੀਆਂ 9 ਟਾਂਕ ਸੰਖਿਆਵਾਂ ਬਣ ਗਈਆਂ। ਥਰਡ ਕੁਐਸਚਨ ਬੇਟਾ ਚੱਲਦੇ ਆ, ਉਹ ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ ਜਿਸ ਨੂੰ 108 ਦੇ ਨਾਲ ਗੁਣਾ ਕਰਨ ਤੇ ਪੂਰਨ ਘਣ ਸੰਖਿਆ ਪ੍ਰਾਪਤ ਹੋ ਜਾਵੇ। ਫਾਈਂਡ ਦ ਸਮੋਲੈਸਟ ਨੰਬਰ which when multiplied by 108 makes the resultant number a perfect cube। ਠੀਕ ਹੈ, ਹੁਣ ਜਦੋਂ ਹੀ ਤੁਹਾਡੇ ਕੋਲ ਬੇਟਾ ਕੁਐਸਚਨ ਆਂਦਾ ਹੈ ਕਿ ਪੂਰਨ ਘਣ ਪ੍ਰਾਪਤ ਹੋ ਜਾਵੇ ਜਾਂ ਕੁਐਸਚਨ ਆ ਜਾਵੇ ਪੂਰਨ ਵਰਗ ਪ੍ਰਾਪਤ ਹੋ ਜਾਵੇ, ਤਾਂ ਤੁਸੀਂ ਇੱਕ ਕੰਮ ਜੋ ਕਰਨਾ ਹੈ ਉਹ ਹੈ ਆਪਣਾ ਪ੍ਰਾਈਮ ਫੈਕਟਰਾਈਜ਼ੇਸ਼ਨ ਮੈਥਡ ਦੇ ਨਾਲ ਜਾਂ ਅਭਾਜ ਗੁਣਨਖੰਡ ਵਿਧੀ ਦੇ ਨਾਲ ਇਹਦੇ ਗੁਣਨਖੰਡ ਜ਼ਰੂਰ ਬਣਾ ਦੇਣੇ ਨੇ। ਤੁਹਾਨੂੰ ਕੁਐਸਚਨ ਸਮਝ ਆ ਰਿਹਾ ਹੈ ਨਹੀਂ ਆ ਰਿਹਾ, ਤੁਹਾਨੂੰ ਹੱਲ ਹੋ ਰਿਹਾ ਨਹੀਂ ਹੋ ਰਿਹਾ, ਉਹ ਬਾਅਦ ਦੀ ਗੱਲ ਹੈ, ਪਰ ਤੁਸੀਂ ਇਹਦੇ ਗੁਣਨਖੰਡ ਬਣਾ ਦਿਓ ਬਸ। ਠੀਕ ਹੈ, ਉਹ ਤੋਂ ਬਾਅਦ ਅਗਲਾ ਸਟੈਪ ਹੈ ਕੁਐਸਚਨ ਦਾ। ਬੇਟਾ ਮੈਥਸ ਦੇ ਵਿੱਚ ਨਾ ਕੁਐਸਚਨ ਦੇ ਹੁੰਦੇ ਨੇ ਸਟੈਪਸ। ਤੁਸੀਂ ਪੂਰਾ ਕੁਐਸਚਨ ਨਹੀਂ ਹੱਲ ਕਰੋਗੇ, ਉਹਦੇ ਅੱਧੇ ਸਟੈਪਸ ਵੀ ਕਰਿਆ ਤਾਂ ਤੁਹਾਨੂੰ ਅੱਧੇ ਨੰਬਰ ਮਿਲ ਜਾਣਗੇ। ਠੀਕ ਹੈ, ਤਾਂ ਪਹਿਲਾ ਕੰਮ ਤਾਂ ਹੈਗਾ ਹੈ ਇਹਦੇ ਫੈਕਟਰਸ ਬਣਾਓ, ਗੁਣਨਖੰਡ ਬਣਾਓ। ਤਾਂ 2 ਨਾਲ ਡਿਵਾਈਡ ਹੋਏਗਾ, 2 5 × 10, 2 4 × 8, ਫਿਰ 2 ਨਾਲ ਹੋਇਆ 27। ਠੀਕ, ਫਿਰ 3 ਨਾਲ 9 ਔਰ 3 ਨਾਲ 3 ਤੇ 3 ਨਾਲ 1। ਹੁਣ ਆਪਾਂ ਕੀ ਬਣਾਉਣਾ ਹੈ ਇਹਨੂੰ, ਪੂਰਨ ਘਣ, ਪਰਫੈਕਟ ਸਕੁਆਇਰ। ਓਕੇ, ਪਰਫੈਕਟ ਕਿਊਬ। ਠੀਕ ਹੈ, ਇਹਦਾ ਮਤਲਬ ਆਪਣੇ ਕੋਲ ਤਿਕੜੀਆਂ ਹੋਣੀਆਂ ਚਾਹੀਦੀਆਂ ਨੇ ਨੰਬਰ ਦੀਆਂ, ਟ੍ਰਿਪਲਟਸ ਹੋਣੇ ਚਾਹੀਦੇ ਨੇ। ਅਗਲਾ ਸਟੈਪ, ਤੁਸੀਂ ਜੇ ਘਣਮੂਲ ਪਤਾ ਕਰਨਾ ਹੋਵੇ ਜੇ ਤੁਸੀਂ ਕੀ ਕਰਦੇ ਹੁੰਦੇ ਹੋ, ਸੰਖਿਆ ਨੂੰ ਉਹਦੇ ਫੈਕਟਰਸ ਦੇ ਬਰਾਬਰ ਲਿਖ ਲੈਂਦੇ ਹੋ। ਠੀਕ ਹੈ, ਉਹ ਲਿਖ ਲੈ ਜੀ। ਇੰਨਾ ਕੰਮ ਤਾਂ ਤੁਸੀਂ ਪਹਿਲਾਂ ਹੀ ਜਾਣਦੇ ਹੋ ਨਾ ਇਸ ਕੁਐਸਚਨ ਦੇ ਲਈ। ਹੁਣ ਆਪਾਂ ਇਹਨੂੰ ਕੰਪਲੀਟ ਕਰਨਾ। ਦੇਖੋ ਇੱਥੇ ਆ ਟ੍ਰਿਪਲਟ ਬਣ ਰਹੀ ਹੈ, ਤਿਕੜੀ ਬਣ ਰਹੀ ਹੈ, ਪਰ ਇੱਥੇ 1 2 ਅਧੂਰਾ ਹੈ। ਹੁਣ ਉਹਨੇ ਕੀ ਕਿਹਾ, ਕਿਹੜੇ ਨੰਬਰ ਨਾਲ ਗੁਣਾ ਕੀਤੀ ਜਾਵੇ, ਪ੍ਰੋਡਕਟ ਕੀਤਾ ਜਾਵੇ ਜਾਂ ਮਲਟੀਪਲਾਈ ਕੀਤਾ ਜਾਵੇ। ਕਿਹੜਾ ਮਿਸਿੰਗ ਹੈ, 2 ਮਿਸਿੰਗ ਹੈ ਨਾ, ਤਾਂ ਤੁਸੀਂ 2 ਦੇ ਨਾਲ ਕੀ ਕਰ ਦੋ, ਗੁਣਾ ਕਰ ਦੋ, ਤਾਂ 2 ਦੀ ਵੀ ਤਿਕੜੀ ਕੰਪਲੀਟ ਹੋ ਗਈ। ਇਹਦਾ ਆਨਸਰ ਜੋ ਹੈ ਉਹ ਹੈਗਾ ਹੈ 2। ਔਰ ਰਿਜ਼ਲਟੈਂਟ ਜਿਹੜਾ ਨੰਬਰ ਹੈ, ਜਿਹੜਾ ਪੂਰਨ ਘਣ ਬਣੇਗਾ ਉਹ ਕੀ ਹੈ, ਇਹਨੂੰ ਗੁਣਾ ਕਰੋ। 2 8 × 16, 2 1 × 2, 216। 216 ਇੱਕ ਪੂਰਨ ਘਣ ਬਣ ਗਿਆ। ਤਾਂ ਅਗਲਾ ਕੁਐਸਚਨ ਹੈ, ਜੇਕਰ ਕਿਸੇ ਸੰਖਿਆ ਦਾ ਘਣ 33 75 ਹੈ ਤਾਂ ਸੰਖਿਆ ਪਤਾ ਕਰੋ। ਉਹੀ ਗੱਲ ਆ ਗਈ ਵੀ ਆਪਾਂ ਕੀ ਪਤਾ ਕਰਨਾ ਚਾਹੁੰਦੇ ਹਾਂ, ਘਣ ਮੂਲ ਪਤਾ ਕਰਨਾ ਚਾਹੁੰਦੇ ਹਾਂ। ਘਣ ਮੂਲ ਯਾਨੀ ਕਿ ਕਿਊਬ ਰੂਟ ਪਤਾ ਕਰਨੀ ਹੈ ਅਸੀਂ, ਕਿਊਬ ਰੂਟ। ਠੀਕ ਹੈ, ਪ੍ਰਾਈਮ ਫੈਕਟਰਾਈਜ਼ੇਸ਼ਨ ਮੈਥਡ ਲਗਾਵਾਂਗੇ ਕਿ ਇਹ ਇੱਕ ਪਰਫੈਕਟ ਘਣ ਹੈ। ਠੀਕ ਹੈ, ਘਣ ਮੂਲ ਪਤਾ ਕਰੋ, ਤਾਂ ਪ੍ਰਾਈਮ ਫੈਕਟਰਸ ਬਣਾਉਣੇ ਆਪਾਂ ਇਹਦੇ। ਠੀਕ, ਤੁਹਾਨੂੰ ਪਿੱਛੇ 5 ਦਿਖ ਰਿਹਾ ਨਾ, 5 ਨਾਲ ਡਿਵਾਈਡ ਕਰ ਦਿਓ। ਔਰ ਕਿਉਂਕਿ ਇਹ ਇੱਕ ਪੂਰਨ ਘਣ ਹੈ, ਇੱਕ ਪਰਫੈਕਟ ਕਿਊਬ ਹੈ, ਤੁਸੀਂ ਕਿਊਬ ਰੂਟ ਕੱਢ ਰਹੇ ਹੋ, ਜਿਹੜੀ ਵੀ ਸੰਖਿਆ ਨਾਲ ਭਾਗ ਹੋਊਗੀ, ਜਿਵੇਂ ਆਪਾਂ 5 ਨਾਲ ਕਰਨ ਲੱਗੇ ਤਾਂ ਘੱਟੋ ਘੱਟ 3 ਵਾਰੀ ਭਾਗ ਹੋਣੀ ਹੀ ਹੋਣੀ ਹੈ। ਆ ਲੋ ਜੀ, ਇੱਕ ਆ ਤਿਕੜੀ ਬਣ ਗਈ, ਇੱਕ ਆ ਤਿਕੜੀ ਬਣ ਗਈ ਆਪਣੇ ਕੋਲ। ਠੀਕ ਹੈ, ਹੁਣ ਆਪਾਂ ਇਹਦਾ ਆਨਸਰ ਕੱਢਣਾ ਹੈ 5 × 5 × 5 × 3 × 3 × 3। ਇਹਦਾ ਵੀ ਆਪਾਂ ਕੀ ਲੈ ਲਈਏ, ਕਿਊਬ ਰੂਟ ਲੈ ਲਈਏ, 1/3 ਘਾਤ ਲੈ ਲਈਏ। ਠੀਕ ਹੈ, ਆਨਸਰ ਕੀ ਆ ਜਾਏਗਾ ਆਪਣੇ ਕੋਲ, 3 5 ਵਿੱਚ 1 5 ਬਾਹਰ ਆ ਗਿਆ, 3 ਤਿਕੜਿਆਂ ਵਿੱਚ 1 3 ਬਾਹਰ ਆ ਗਿਆ। ਆਨਸਰ ਕਿੰਨਾ ਆ ਗਿਆ ਮੇਰੇ ਕੋਲ, 15। ਤਾਂ ਬੇਟਾ ਇਹ ਤੁਹਾਡੇ ਕੁਝ ਇੰਪੋਰਟੈਂਟ ਕੁਐਸਚਨ ਸੀਗੇ ਕਿਊਬ ਅਤੇ ਕਿਊਬ ਰੂਟ ਵਾਲੇ ਚੈਪਟਰ ਵਿੱਚੋਂ। ਇੱਕ ਚੈਪਟਰ ਆਪਣਾ ਹੋਰ ਰਹਿ ਗਿਆ, ਐਕਸਪੋਨੈਂਟਸ ਐਂਡ ਪਾਵਰ, ਘਾਤ ਅਤੇ ਘਾਤ ਅੰਕ। ਉਹਦੇ ਵਿੱਚੋਂ ਵੀ ਆਪਣਾ 2 ਮਾਰਕਸ ਦਾ ਕੁਐਸਚਨ ਬਣੇਗਾ, ਉਹ ਵੀ ਵੇਖ ਲੈਂਦੇ ਆ। ਤੇ ਆਪਣੇ 2 ਅੰਕਾਂ ਵਾਲੇ ਇੰਪੋਰਟੈਂਟ ਕੁਐਸਚਨਸ ਹੈਗੇ ਨੇ ਐਕਸਪੋਨੈਂਟਸ ਐਂਡ ਪਾਵਰ ਵਾਲੇ ਚੈਪਟਰ ਵਿੱਚੋਂ। 3 ਪਾਵਰ -1, 3 ਪਾਵਰ 3, 3 ਪਾਵਰ 2। ਬੇਟਾ ਕੁਐਸਚਨਸ ਦੇ ਬਹੁਤ ਸਿੰਪਲ ਹੁੰਦੇ। ਇੱਕ ਚੀਜ਼ ਜੋ ਆਪਾਂ ਨੂੰ ਧਿਆਨ ਰੱਖਣੀ ਹੈ ਉਹ ਹੁੰਦੀ ਹੈ ਇਹਦੇ ਰੂਲਸ। ਹੁਣ ਇਹ ਕੁਦਰਤੀ ਨਾ ਰੂਲ ਆਪਾਂ ਨੂੰ ਇੱਥੇ ਮਿਲਾਨ ਦੇ ਵਿੱਚ ਦੇ ਰੱਖੇ ਨੇ, ਮੈਚ ਕਾਲਮ ਵਿੱਚ ਦੇ ਰੱਖਿਆ। ਆਪਾਂ ਇੱਥੋਂ ਹੀ ਥੋੜੀ ਰਿਵਾਈਜ਼ ਵੀ ਕਰ ਲੈਂਦੇ ਹਾਂ। a ਪਾਵਰ m a ਪਾਵਰ n ਯਾਨੀ ਕਿ ਬੇਸ ਸੇਮ ਹੈ ਤਾਂ ਪਾਵਰਸ ਕੀ ਹੋਣਗੀਆਂ, ਐਡ। ਤਾਂ ਇਹਨੂੰ ਆਪਾਂ ਇੱਥੇ ਮਿਲਾਨ ਕਰਨਾ ਹੈ।
ਸੇਮ ਬੇਸ ਔਰ ਵਿੱਚ ਡਿਵੀਜ਼ਨ ਦਾ ਸਾਈਨ ਹੋਵੇ ਤਾਂ ਪਾਵਰਸ ਕੀ ਹੁੰਦੀਆਂ ਨੇ ਮਾਈਨਸ, ਤਾਂ a ਪਾਵਰ m ਮਾਈਨਸ n ਆ ਜਾਏਗਾ। ਸੇਮ ਬੇਸ ਹੋਵੇ, ਇੱਕੋ ਵਾਰ ਬੇਸ ਲਿਖਿਆ ਹੋਵੇ ਪਰ ਦੋ ਪਾਵਰਸ ਹੋਣ ਤਾਂ ਪਾਵਰਸ ਕੀ ਹੁੰਦੀਆਂ ਨੇ ਮਲਟੀਪਲਾਈ a ਪਾਵਰ m n ਹੋ ਜਾਂਦਾ ਹੈ। ਠੀਕ ਹੈ, ਅਲੱਗ-ਅਲੱਗ ਬੇਸ ਹੋਣ, ਪਾਵਰ ਸੇਮ ਹੋਵੇ ਤਾਂ ਆਪਾਂ ਨੂੰ ਕਲੱਬ ਕਰ ਸਕਦੇ, ਇਕੱਠੇ ਕਰ ਸਕਦੇ ਹਾਂ, a ਔਰ b ਦੀ ਘਾਤ ਹੋ ਜਾਂਦੀ ਹੈ m। ਇੱਕ ਹੋਰ ਚੀਜ਼ ਇੰਪੋਰਟੈਂਟ ਹੈ ਬੇਟਾ, a ਪਾਵਰ ਅਗਰ 0 ਹੋਵੇ ਤਾਂ ਆਨਸਰ ਕਿੰਨਾ ਆਉਂਦਾ ਹੈ 1। ਇਟ ਇਜ਼ ਮੋਸਟ ਇੰਪੋਰਟੈਂਟ, ਇਹਦੇ ਨਾਲ ਦਾ ਕੁਐਸਚਨ ਆਣਾ ਹੀ ਆਣਾ ਹੈ। ਅਗਰ a ਦੀ ਪਾਵਰ ਮਾਈਨਸ ਹੋਵੇ ਤਾਂ ਇਹਨੂੰ ਆਪਾਂ ਰੈਸੀਪ੍ਰੋਕਲ ਲੈ ਕੇ ਪਾਵਰ ਪਲੱਸ ਵਿੱਚ ਬਣਾ ਲੈਂਦੇ ਹਾਂ। ਤੇ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਆਪਣੇ ਹੁਣੇ ਫਾਰਮੂਲੇ ਯੂਜ਼ ਹੋਣੇ ਨੇ। ਤਾਂ ਪਹਿਲਾਂ ਇੱਥੇ ਮਲਟੀਪਲੀਕੇਸ਼ਨ ਦੇਖ ਲਈ ਆਪਾਂ, 3 ਪਾਵਰ -1 + 3 ਆ ਗਿਆ। ਠੀਕ ਹੈ, ਆ 2 ਡਿਵਾਈਡ ਦੇ ਵਿੱਚ ਇਹਨੂੰ ਚਲੋ ਆਪਾਂ ਅਜੇ ਥੱਲੇ ਰੱਖ ਲੈਂਦੇ ਹਾਂ। ਇਹ ਆ ਗਿਆ 3 ਪਾਵਰ 3 ਵਿੱਚ 1 ਗਏ 2, 3 ਪਾਵਰ 2 ਅਪਨ 3 ਪਾਵਰ 2। ਆਨਸਰ ਕਿੰਨਾ ਆ ਗਿਆ ਮੇਰੇ ਕੋਲ 1। ਕਿੰਨਾ ਸੌਖਾ ਕੁਐਸਚਨ ਹੈ 2 ਮਾਰਕਸ ਦੇ ਲਈ। फाइंड द वैल्यू ऑफ मुल पता करो, 5/8 की पावर -7 मल्टीप्लाइड बाय 8/5 की पावर -4। ठीक है, देखो 5 8 नंबर सेम ही ने, उही वाले अपने फॉर्मूले यूज होने। पहले इनू अलग अलग कर लो, 5 की पावर -7 गुणा 8 की पावर -4 अपॉन 8 की पावर -7 गुणा 5 की पावर -4। ठीक है, हुण 5 5 ਜਿਹੜੇ ਆਪਣੇ ਸੇਮ ਬੇਸ ਨੇ 5 ਔਰ 5, ਇਧਰੋਂ 8 ਔਰ 8, ਇਹਨਾਂ ਦੇ ਉੱਪਰ ਆਪਾਂ ਫਾਰਮੂਲਾ ਲਗਾਵਾਂਗੇ ਕਿਹੜਾ ਕਿ ਆਪਣੇ ਕੋਲ ਸੇਮ ਆਧਾਰ ਦੇ ਨੰਬਰ ਦੀਆਂ ਘਾਤਾਂ, ਸੇਮ ਆਧਾਰ ਜਿਹੜੇ ਡਿਵੀਜ਼ਨ ਵਿੱਚ ਹਨ ਤਾਂ ਘਾਤਾਂ ਕੀ ਹੋਣਗੀਆਂ ਮਾਈਨਸ ਹੋਣਗੀਆਂ। ਤੇ ਆ ਜਾਏਗਾ 5 ਪਾਵਰ -7 और इधरों -4 है तो -4, फिर मल्टीप्लाइड बाय 8 पावर कितनी -4, इधर कितने -7 ते -7। ये आ गया मेरे को 5 पावर -7 + 4 गुणा 8 की पावर -7 + 4। 5 की घात कितनी आ गई -3 गुणा 8 की घात कितनी आ गई अपने को 3। तो जे आपां इनू प्लस की घात बनाना होवे ਤਾਂ 8 ਦੀ ਘਾਤ 3 ਬਟਿਆਂ ਦੇ ਵਿੱਚ 5 ਦੀ ਘਾਤ 3, ਤਾਂ ਆਨਸਰ ਆ ਜਾਏਗਾ 8/5 ਦੀ ਘਾਤ 3। ਠੀਕ ਹੈ, ਇੱਕ ਤੁਸੀਂ ਹੋਰ ਕੰਮ ਕਰ ਸਕਦੇ ਸੀ ਬੇਟਾ, ਇੱਥੇ 5/8 ਦੀ ਘਾਤ -7 ਸੀਗਾ ਨਾ, ਇਹਨੂੰ ਗੁਣਾ ਕਰ ਸਕਦੇ ਸੀਗੇ 5/8 ਦੀ ਘਾਤ +4 ਬਣ ਜਾਂਦੀ ਹੈ। -4 ਦੀ ਕੀ ਬਣਦੀ +4। ਇਸ ਤਰੀਕੇ ਨਾਲ ਵੀ ਤੁਸੀਂ ਕਰ ਸਕਦੇ 5/8 ਦੀ ਘਾਤ -7 + 4, ਫਿਰ ਗੁਣਾ ਦੇ ਵਿੱਚ ਦੋਨੋਂ ਪਾਵਰ ਐਡ ਹੋਣੀਆਂ ਸੀਗੀਆਂ। 5/8 ਦੀ ਘਾਤ ਕਿੰਨੀ ਆਂਦੀ ਇਹ ਆ ਜਾਣਾ ਸੀਗਾ -3। ਠੀਕ ਹੈ, ਇਹਨੂੰ ਫਿਰ ਅਗੇਨ ਆਪਾਂ ਇਸ ਤਰੀਕੇ ਨਾਲ ਪਲੱਸ ਦੀ ਪਾਵਰ ਲਿਖ ਸਕਦੇ ਸੀ। ਹੁਣ ਆਪਾਂ ਇਹਨੂੰ ਘਾਤ ਅੰਕ ਪਾਵਰ ਦੇ ਵਿੱਚ ਆਨਸਰ ਨਹੀਂ ਚਾਹੀਦਾ, ਆਪਾਂ ਇਹਨਾਂ ਦਾ ਮੁੱਲ ਪਤਾ ਕਰਨਾ ਹੈ। ਤਾਂ ਆਏਗਾ 8 ਗੁਣਾ 8 ਗੁਣਾ 8 ਬਟੇ 5 ਗੁਣਾ 5 ਗੁਣਾ 5, 12 ਆ ਗਿਆ 125 ਇਜ਼ ਦਾ ਆਨਸਰ। ਤਾਂ ਇਹਦੇ ਵਿੱਚ ਹੀ ਕੁਐਸਚਨ ਨੰਬਰ 3 ਹੈਗਾ ਹੈ, ਫਾਈਂਡ ਦ ਵੈਲਿਊ ਆਫ ਮੁੱਲ ਪਤਾ ਕਰੋ, 1/3 ਪਾਵਰ -2 ਪਲੱਸ 1/4 1/4 ਪਾਵਰ -2 ਪਲੱਸ 1/5 ਪਾਵਰ -2। ਠੀਕ ਹੈ, ਪਹਿਲਾਂ ਆਪਾਂ ਸਾਰੀ ਪਾਵਰਸ ਨੂੰ ਪਲੱਸ ਦੀਆਂ ਪਾਵਰਸ ਕਰ ਲਈਏ ਬੇਟੇ। ਤਾਂ ਇੱਥੇ ਦੇਖੋ ਵਿੱਚ ਪਲੱਸ ਹੈ ਤਾਂ ਕੋਈ ਹੋਰ ਫਾਰਮੂਲਾ ਨਹੀਂ ਇਸਤੇਮਾਲ ਹੋਣਾ ਹੈਗਾ, ਪਲੱਸ ਦੇ ਵਿੱਚ ਨਹੀਂ ਫਾਰਮੂਲਾ ਇਸਤੇਮਾਲ ਹੁੰਦਾ, ਇਹ ਤਾਂ ਸਿੰਪਲੀਫਾਈ ਕਰਕੇ ਆਪਾਂ ਨੂੰ ਐਲਸੀਐਮ ਹੀ ਲੈਣਾ ਪੈਣਾ। ਤਾਂ ਇਹ ਹੋ ਗਿਆ 3 ਦੀ ਪਾਵਰ +2, 4 ਦੀ ਪਾਵਰ +2 ਐਂਡ 5 ਦੀ ਪਾਵਰ ਵੀ ਕੀ ਆ ਗਿਆ +2। ਇਹਨੂੰ ਸੋਲਵ ਕਰ ਲਓ, 3 ਗੁਣਾ 3 ਪਲੱਸ 4 ਗੁਣਾ 4 ਪਲੱਸ 5 ਗੁਣਾ 5, ਤਾਂ ਇਹ ਆ ਗਿਆ 9 + 16 ਪਲੱਸ ਆ ਗਿਆ 25। ਇਹ ਆ ਗਿਆ 25 + 25 50 ਇਜ਼ ਦਾ ਆਨਸਰ। ਬਹੁਤ ਹੀ ਸਿੰਪਲ ਕੁਐਸਚਨ ਹੈ ਤੇ ਫਾਰਮੂਲਾ ਨਹੀਂ ਲੱਗਣਾ ਸੀ, ਸਿਰਫ ਆ ਮਾਈਨਸ ਵਾਲੀ ਪਾਵਰ ਨੂੰ ਆਪਾਂ ਪਲੱਸ ਦੀ ਪਾਵਰ ਕਰਨਾ ਸੀ। ਨੈਕਸਟ ਇਹਦੇ ਵਿੱਚ ਇੱਕ ਹੋਰ ਆਪਸ਼ਨ ਦੇ ਰੱਖਿਆ ਆਪਾਂ ਨੂੰ, ਕੁਐਸਚਨ ਨੰਬਰ 4। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਬੇਟਾ, ਫਾਈਂਡ ਦ ਵੈਲਿਊ ਆਫ p ਦਾ ਮੁੱਲ ਪਤਾ ਕਰੋ। ਇਹ 1 ਮਾਰਕ ਵਿੱਚ ਵੀ ਕਈ ਵਾਰ ਆ ਜਾਂਦਾ ਹੁੰਦਾ। 5 ਪਾਵਰ p ਜਿਹੜਾ ਹੈ ਉਹ ਡਿਵਾਈਡਡ ਬਾय 5 ਪਾਵਰ -3 ਹੈ ਔਰ ਬਰਾਬਰ 5 ਪਾਵਰ 5 ਹੈ। ਇੱਥੇ ਸੇਮ ਬੇਸਿਸ ਨੇ, ਡਿਵਾਈਡ ਹੋ ਰਹੇ ਹੈ ਤਾਂ ਆਪਣੇ ਕੋਲ ਆਹ ਵਾਲਾ ਫਾਰਮੂਲਾ ਲੱਗਣਾ ਹੀ ਲੱਗਣਾ ਹੈ। ਪਾਵਰਸ ਕੀ ਹੋਣਗੀਆਂ ਮਾਈਨਸ ਹੋਣਗੀਆਂ। ਓਕੇ ਲਗਾ ਲੈਂਦੇ ਹਾਂ। ਤਾਂ ਲੈਫਟ ਹੈਂਡ ਸਾਈਡ ਨੂੰ ਜਦੋਂ ਆਪਾਂ ਸੋਲਵ ਕਰਦੇ ਹਾਂ
5 ਪਾਵਰ p -3 ਪਹਿਲਾ ਪਾਵਰ ਮਾਈਨਸ ਵਿੱਚ ਸੀ, ਅਗੇਨ ਇੱਕ ਮਾਈਨਸ ਫਾਰਮੂਲੇ ਦਾ ਆ ਗਿਆ ਤੇ ਕਿਹਦੇ ਬਰਾਬਰ ਆ ਗਿਆ 5 ਪਾਵਰ p + 3। ਲੇਕਿਨ ਇਹ 5 ਪਾਵਰ 5 ਦੇ ਬਰਾਬਰ ਹੈ। ਹੁਣ ਬੇਸ ਸੇਮ ਹੈ ਤਾਂ ਇਹਦੇ ਮਤਲਬ ਪਾਵਰਸ ਵੀ ਸੇਮ ਹੋਣਗੀਆਂ। ਤਾਂ p + 3 ਕਿਹਦੇ ਬਰਾਬਰ ਆ ਗਿਆ 5 ਦੇ, p ਆ ਗਿਆ 5 - 3 यानी कि p ਦਾ ਮੁੱਲ ਮੇਰੇ ਕੋਲ ਆ ਚੁੱਕਿਆ ਹੈ 2। ਦਿਸ ਇਜ਼ ਦਾ ਆਨਸਰ। ਇੰਗਲਿਸ਼ ਮੀਡੀਅਮ ਦੇ ਬੱਚਿਆਂ ਲਈ ਮੈਂ ਨਾਲ ਇਹਦੀ ਇੰਗਲਿਸ਼ ਵੀ ਦੱਸੀ ਜਾਵਾਂਗੀ। ਫਰਸਟ ਕੁਐਸਚਨ ਹੈ 5/8 4/3 ਨੂੰ ਹੱਲ ਕਰਕੇ ਗੁਣਾਤਮਕ ਉਲਟ ਲਿਖੋ। ਪਹਿਲਾਂ ਇਹਨੂੰ ਹੱਲ ਕਰਨਾ ਹੈ ਔਰ ਫਿਰ ਉਹਦਾ ਉਲਟ ਵੀ ਕਰਨਾ ਹੈ, ਯਾਨੀ ਕਿ ਤੁਸੀਂ ਇਹਨੂੰ ਸੋਲਵ ਕਰਨੇ ਤੋਂ ਬਾਅਦ ਇਹਦਾ ਮਲਟੀਪਲੀਕੇਟਿਵ ਇਨਵਰਸ ਵੀ ਲਿਖਣਾ ਹੈ। ਤੇ 5/8 ਨੂੰ 4/3 ਨਾਲ ਮਲਟੀਪਲਾਈ ਕੀਤਾ, ਠੀਕ, ਤੇ 4 ਔਰ 8 ਆਪਣੇ ਕੈਂਸਲ ਹੋ ਗਏ, 4 1 ज़ा 4 4 2 ज़ा 8। ਤਾਂ ਬਚੇ ਹੋਏ ਨੰਬਰ ਹੋ ਗਏ 5 × 1 2 × 3 ਤਾਂ 5/6 ਆ ਗਿਆ। ਪਰ ਇਹਦਾ ਗੁਣਾਤਮਕ ਉਲਟ और मल्टीप्लिकेटिव इनवर्स की होएगा 6/5, जो कि अपना आंसर है। पेपर का क्वेश्चन नंबर 5 है 3600 ਦਾ स्क्वायर रूट सॉल्व करना है और विधि ਕਿਹੜੀ लगानी है, अभाज गणनखंड विधि या प्राइम फैक्टराइजेशन मेथड। ਇਹਦਾ ਮਤਲਬ ਆਪਾਂ ਪ੍ਰਾਈਮ ਨੰਬਰਸ ਲਵਾਂਗੇ ਔਰ ਉਹਦੇ ਨਾਲ ਇਸ ਨੂੰ ਲਗਾਤਾਰ ਡਿਵਾਈਡ ਕਰਾਂਗੇ। ਪ੍ਰਾਈਮ ਨੰਬਰਸ ਕਿਹੜੇ ਹੁੰਦੇ ਨੇ 2 3 5 7 ਐਂਡ ਸੋ ਔਨ। ਤਾਂ ਸਭ ਤੋਂ ਪਹਿਲਾਂ ਆਪਾਂ 2 ਨਾਲ ਡਿਵਾਈਡ ਕੀਤਾ, ਕਿੰਨਾ ਆ ਗਿਆ ਆਪਣੇ ਕੋਲ 1800 ਆ ਗਿਆ। ਉਸ ਤੋਂ ਬਾਅਦ ਫੇਰ 2 ਨਾਲ ਡਿਵਾਈਡ ਕੀਤਾ 900 ਆ ਗਿਆ, ਮਤਲਬ ਹਾਫ ਕਰੀ ਜਾ ਰਹੇ ਆਪਾਂ। ਫੇਰ 2 ਨਾਲ ਡਿਵਾਈਡ ਕੀਤਾ 450 ਆ ਗਿਆ, ਫੇਰ 2 ਨਾਲ ਡਿਵਾਈਡ ਕੀਤਾ 225 ਆ ਗਿਆ। ਇੱਕ ਬੇਟਾ ਜਦੋਂ ਤੁਸੀਂ ਸਕੁਆਇਰ ਰੂਟ ਸੋਲਵ ਕਰਦੇ ਹੋ, ਵਰਗਮੂਲ ਕੱਢਦੇ ਹੋ, ਤਾਂ ਹਮੇਸ਼ਾ ਪੇਅਰਸ ਬਣਨਗੇ ਔਰ ਜਦੋਂ ਤੁਸੀਂ ਘਣਮੂਲ ਕੱਢਦੇ ਹੋ ਤਾਂ ਹਮੇਸ਼ਾ ਤਿਕੜੀਆਂ ਬਣਨਗੇ, 3 ਨੰਬਰ ਇਕੱਠੇ ਆਣਗੇ। ਜੇ ਤੁਸੀਂ ਇੱਕ ਵਾਰੀ 2 ਨਾਲ ਡਿਵਾਈਡ ਕਰਤਾ ਤਾਂ 2 ਵਾਰੀ ਹੋਰ ਹੋਊਗਾ ਜਦੋਂ ਘਣਮੂਲ ਕਰੋਗੇ, ਠੀਕ ਹੈ। ਔਰ ਵਰਗਮੂਲ ਦੇ ਵਿੱਚ ਜੋੜਿਆਂ 'ਚ ਹੱਲ ਹੁੰਦਾ ਹੈ। 450 ਤੱਕ ਪਹੁੰਚ ਗਿਆ ਆਪਾਂ। ਹੁਣ ਨੈਕਸਟ ਨੰਬਰ ਜਾਂ ਤਾਂ 3 ਨਾਲ ਕਰ ਲਓ ਜਾਂ ਦੇਖ ਲਓ ਜੇ 5 ਨਾਲ ਹੁੰਦਾ ਤਾਂ। ਪਿੱਛੇ 5 ਹੈ, ਤੈਨੂੰ ਆਪਾਂ 5 ਨਾਲ ਡਿਵਾਈਡ ਕਰ ਸਕਦੇ ਹਾਂ। 5 ਨਾਲ ਡਿਵਾਈਡ ਕਰਕੇ ਆ ਗਿਆ ਆਪਣੇ ਕੋਲ 45। ਫਿਰ ਇੱਕ ਵਾਰੀ ਹੋਰ 5 ਨਾਲ ਹੋਣਾ ਹੀ ਹੋਣਾ ਡਿਵਾਈਡ, ਤਾਂ ਆ ਗਿਆ 9 ਔਰ 9 ਨੂੰ ਤੁਸੀਂ 3 ਔਰ 3 ਨਾਲ 2 ਵਾਰੀ ਕਰਕੇ ਨੀਚੇ ਆ ਗਿਆ 1। ਤੇ ਆਪਣੇ ਕੋਲ ਇੱਥੇ ਇਹ ਜੋੜੇ ਬਣ ਗਏ ਨੇ, ਇੱਕ 2 ਦਾ, ਫਿਰ 2, ਫਿਰ 5, ਫਿਰ 5 3। ਉਹਨਾਂ ਨੂੰ ਲਿਖਣਾ ਕਿਵੇਂ, 3600 ਨੂੰ ਪਹਿਲਾਂ ਆਪਾਂ ਮਲਟੀਪਲੀਕੇਸ਼ਨ ਦੇ ਵਿੱਚ ਇਸ ਤਰੀਕੇ ਨਾਲ ਲਿਖ ਲੈਣਾ, ਫਿਰ ਆਪਾਂ ਪੇਅਰਸ ਬਣਾ ਲਿਆ ਨਾ, ਆਹ ਵਾਲਾ ਇੱਕ ਆ ਔਰ ਇੱਕ ਆ ਪੇਅਰ ਬਣਾ ਲਿਆ। ਹੁਣ ਦੋਨੋਂ ਪਾਸੇ ਆਪਾਂ ਲੈ ਲਿਆ ਇਹਦਾ ਵਰਗਮੂਲ, ਸਕੁਆਇਰ ਰੂਟ ਲੈ ਲਿਆ। ਜਦੋਂ ਸਕੁਆਇਰ ਰੂਟ ਲਿਆ ਤੇ ਜਿਹੜੇ ਤੁਹਾਡੇ ਪੇਅਰ ਸੀਗੇ ਉਹਦੇ ਵਿੱਚੋਂ ਇੱਕ ਨੰਬਰ ਬਾਹਰ ਆ ਗਿਆ, ਇਧਰੋਂ 2 ਇਧਰੋਂ 2 ਇਧਰੋਂ 5 ਇਧਰੋਂ 3, ਇਹਨੂੰ ਮਲਟੀਪਲਾਈ ਕਰਕੇ ਆਪਣੇ ਕੋਲ 60 ਆਨਸਰ ਆ ਗਿਆ। ਤਾਂ 3600 ਦਾ ਸਕੁਆਇਰ ਰੂਟ ਵਰਗਮੂਲ ਜਿਹੜਾ ਉਹ 60 ਹੈ। ਨੈਕਸਟ ਕੁਐਸਚਨ ਵੇਖਦੇ ਹਾਂ ਨੰਬਰ 6। 4³ - 3³ ਦਾ ਮੁੱਲ ਪਤਾ ਕਰੋ। ਇਹਦੀ ਵੈਲਿਊ ਫਾਈਂਡ ਆਊਟ ਕਰਨੀ ਆ ਆਪਾਂ। ਇਹਨੂੰ ਤੁਸੀਂ ਇਹ ਗੱਲ ਧਿਆਨ ਰੱਖੋ, ਤੁਸੀਂ ਇਹ ਨਹੀਂ ਕਰਨਾ ਵੀ 4 ਨੂੰ 3 ਵਾਰੀ ਮਲਟੀਪਲਾਈ ਕਰਨਾ, 3 ਨੂੰ 3 ਵਾਰੀ ਮਲਟੀਪਲਾਈ ਕਰਨਾ। ਆਪਾਂ ਇੱਥੇ ਕੋਈ ਨਾ ਕੋਈ ਫਾਰਮੂਲਾ ਜਿਹੜੀ ਹੈਗੀ ਅਲਜਬਰਾਇਕ ਆਇਡੈਂਟੀਟੀ, ਕੋਈ ਨਾ ਕੋਈ ਫਾਰਮੂਲਾ ਆਪਾਂ ਲਗਾਉਣਾ ਹੀ ਹੈ। ਤਾਂ a³ - b³ ਦਾ ਫਾਰਮੂਲਾ ਆਪਾਂ ਲਗਾਵਾਂਗੇ a - b a² + ab + b², ਜਿੱਥੇ a ਦਾ ਮੁੱਲ 4 ਦੇ ਬਰਾਬਰ ਹੈ, b ਦਾ ਮੁੱਲ 3 ਦੇ ਬਰਾਬਰ ਹੈਗਾ ਹੀ ਆ। ਇਹਦੇ ਵਿੱਚ ਬਸ ਪੁੱਟ ਕਰ ਦਿਓ 4 - 3, ਫਿਰ 4² ਆ ਗਿਆ, 4 × 3 ਆ ਗਿਆ ਔਰ ਇੱਥੇ ਆ ਗਿਆ 3²। ਉਹਨੂੰ ਸੋਲਵ ਕਰ ਲਓ। 4 - 3 ਤਾਂ ਹੋ ਗਿਆ ਆਪਣੇ ਕੋਲ 1 ਹੀ ਆ ਗਿਆ ਸਿਰਫ, ਠੀਕ ਹੈ। ਆ 4 × 4 16, 4 3 ज़ा 12 ਔਰ 3 × 3 ਆਪਣੇ ਕੋਲ ਆ ਗਿਆ 9। ਤਾਂ ਆਨਸਰ ਆ ਗਿਆ ਮੇਰੇ ਕੋਲ 37। ਹੁਣ ਤੁਸੀਂ ਚੈੱਕ ਵੀ ਕਰ ਸਕਦੇ ਹੋ ਕਿ 4 ਦੀ ਘਾਤ 3 64 ਔਰ -3 ਦੀ ਘਾਤ 3 27 ਨੂੰ ਜੇ ਆਪਾਂ ਹੱਲ ਕਰੀਏ ਤਾਂ ਆਪਣੇ ਕੋਲ ਆਨਸਰ ਕਿੰਨਾ ਆਉਂਦਾ, ਇੱਥੇ 14 ਵਿੱਚੋਂ 7 ਗਏ 7, 5 ਵਿੱਚੋਂ 2 ਗਏ 3, 37 ਆਪਣਾ ਆਨਸਰ ਸਹੀ ਹੈ। ਪਰ ਤੁਸੀਂ ਇਹ ਕੁਐਸਚਨ ਐਵੇਂ ਸੋਲਵ ਨਹੀਂ ਕਰਨਾ। 7th ਕੁਐਸਚਨ ਹੈਗਾ ਹੈ ਤੁਹਾਡਾ, ਇਹ ਬੇਟਾ ਐਕਸਪੋਨੈਂਟਸ ਐਂਡ ਪਾਵਰ ਚੈਪਟਰ ਵਿੱਚੋਂ ਕੁਐਸਚਨ ਹੈਗਾ ਹੈ, ਘਾਤ ਅੰਕ ਹਨਾ ਅਤੇ ਘਾਤਾਂ। ਤੇ ਤੁਸੀਂ ਇਹਦੇ ਵਿੱਚ ਫਾਰਮੂਲੇ ਲਗਾਉਣੇ ਆ, ਠੀਕ ਹੈ। ਜਿਹੜੇ ਵੀ ਤੁਸੀਂ ਪਾਵਰਸ ਵਾਲੇ ਫਾਰਮੂਲੇ, ਘਾਤਾਂ ਵਾਲੇ ਫਾਰਮੂਲੇ ਯਾਦ ਕੀਤੇ ਨੇ। ਆਪਾਂ ਹੱਲ ਵੇਖਦੇ ਹਾਂ।
3 ਦੀ ਪਾਵਰ -1, 3 ਦੀ ਪਾਵਰ 3, 3 ਦੀ ਪਾਵਰ 2। ਇੱਥੇ ਦੋ ਫਾਰਮੂਲੇ ਲੱਗਣਗੇ ਬੱਚੇ, ਇੱਕੋ ਹੀ ਆਧਾਰ ਹੈ ਆਪਣੇ ਕੋਲ ਔਰ ਉਹ ਗੁਣਾ ਵੀ ਹੋ ਰਿਹਾ ਔਰ ਇੱਕੋ ਹੀ ਆਧਾਰ ਆਪਣੇ ਕੋਲ ਡਿਵਾਈਡ ਵੀ ਹੋ ਰਿਹਾ। ਤਾਂ ਇੱਕੋ ਆਧਾਰ ਦੇ ਦੋ ਨੰਬਰ ਜਦੋਂ ਮਲਟੀਪਲਾਈ ਹੁੰਦੇ ਆ ਤਾਂ a ਦੀ ਪਾਵਰ m+n ਆ ਗਈ। ਇੱਕੋ ਹੀ ਪਾਵਰ ਦੇ ਜਦੋਂ ਦੋ ਨੰਬਰ ਭਾਗ ਹੁੰਦੇ ਨੇ ਤਾਂ a ਦੀ ਪਾਵਰ m-n, ਯਾਨੀ ਕਿ ਘਾਤਾਂ ਮਾਈਨਸ ਹੁੰਦੀਆਂ ਤੇ ਘਾਤਾਂ ਪਲੱਸ ਹੁੰਦੀਆਂ, ਪਾਵਰਸ ਐਡ ਤੇ ਮਾਈਨਸ ਹੁੰਦੀਆਂ ਨੇ। ਇਹਦੇ ਨਾਲ ਕੁਐਸਚਨ ਬਹੁਤ ਹੀ ਸਿੰਪਲ ਹੋ ਜਾਂਦਾ ਹੈ। ਤਾਂ 3 ਦੀ ਪਾਵਰ -1 ਔਰ ਆ 3 ਕੀ ਹੋਊਗਾ ਪਲੱਸ ਹੋਊਗਾ, ਔਰ ਜਿਹੜਾ 2 ਹੈ ਇਹ ਕੀ ਹੋਊਗਾ ਆਪਣੇ ਕੋਲ ਮਾਈਨਸ ਹੋਵੇਗਾ। ਇਹਨੂੰ ਹੁਣ ਹੱਲ ਕਰ ਲਓ, 3 ਔਰ ਆ ਕਿੰਨਾ ਬਣ ਗਿਆ -3, ਤਾਂ 3 ਦੀ ਪਾਵਰ ਆ ਗਈ 0। ਇੱਕ ਹੋਰ ਆਪਣੇ ਕੋਲ ਫਾਰਮੂਲਾ ਯੂਜ਼ ਹੋਊਗਾ, a ਦੀ ਪਾਵਰ 0 = 1। ਕਿਸੇ ਵੀ ਨੰਬਰ ਦੀ ਪਾਵਰ 0 ਆ ਜਾਵੇ ਤਾਂ 1 ਹੋਏਗੀ, ਇਹਦਾ ਮਤਲਬ ਇਹਦਾ ਆਨਸਰ ਆਪਣੇ ਕੋਲ 1 ਆ ਗਿਆ। ਤਾਂ ਸੈਕਸ਼ਨ B ਇੱਥੇ ਆਪਣਾ ਖਤਮ ਹੁੰਦਾ ਹੈ।